ਮੰਨ ਲਓ ਤੁਸੀਂ ਇਹ ਤਿਆਰ ਕੀਤਾ ਸੀਗਾ, ਤਿਆਰ ਕਰਕੇ ਤੁਸੀਂ ਸੀਐਮ ਚੰਨੀ ਨੂੰ ਦਿੰਦੇ ਕਿ ਆਹ ਲਓ ਸੀ ਭਾਈ ਮੇਰੀ ਇੱਕ ਗੱਲ ਨੂੰ ਸੁਣ, ਇਹਨੂੰ ਇੰਪਲੀਮੈਂਟ ਕਰੋ। ਭਾਈ ਮੇਰੀ ਗੱਲ ਨੂੰ ਸੁਣ, ਉਹਨੇ ਗਵਰਨੈਂਸ ਕੀਤੀ ਹੈ, ਕਿਹਨੂੰ ਪੁੱਛਿਆ? ਤੁਸੀਂ ਨਿਰਣੇ ਨਹੀਂ ਲੈਣ ਦਿਓਗੇ, ਕਿਵੇਂ ਕਰੂ ਕੋਈ? ਹੁਣ ਤਾਂ ਸਰਕਾਰ ਤੁਹਾਡੀ ਹੈ ਨਾ, ਸਰਕਾਰ ਤੁਹਾਡੇ ਕੋਲ ਆ, ਕੰਕਰੀਟ ਪਲਾਨ। ਤੁਹਾਨੂੰ ਕੀ ਲੱਗਦਾ ਤੁਸੀਂ ਕਹਿੰਦੇ ਘਰੇ ਬਿਠਾ ਦਿੱਤਾ ਗਿਆ? ਨਹੀਂ ਸੁਣਦੇ ਇਹ, ਪੰਜਾਬ ਮਾਡਲ ਨਹੀਂ ਲਾਗੂ ਕਰਦੇ। ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ, ਨੱਥਾ ਸਿੰਘ ਐਂਡ ਪ੍ਰੇਮ ਸਿੰਘ, ਵਨ ਐਂਡ ਦੀ ਸੇਮ ਥਿੰਗ। 75-25 ਹੋਰ ਕੀ ਆ ਬਤਾऊं? ਰਾਹੁਲ ਤੇ ਸੋਨੀਆ ਕਹਿਣ ਕੁਝ ਵੀ ਲਾਗੂ ਹੋ ਜੂਗਾ। ਉਹ ਭਾਈ 16 ਦਿਨ ਪਹਿਲਾਂ ਆਇਆ ਸੀ ਮੈਂ, ਔਰ ਉਦੋਂ ਪ੍ਰਸ਼ਾਂਤ ਕਿਸ਼ੋਰ ਮੇਰੇ ਕੋਲ 60 ਵਾਰ ਆਇਆ ਸੀ ਵੀ ਨਹੀਂ ਬਣਦੀ ਸਰਕਾਰ। ਪੰਜਾਬ ਮਾਡਲ ਲਿਆ, ਲਾਗੂ ਕਿਵੇਂ? ਮੈਂ ਕਿਹਾ ਲਾਗੂ ਬੜੇ ਸਿੰਪਲ ਹੈ, ਮੈਨੀਫੈਸਟੋ ਆਊਗਾ। ਜੇ ਕੱਲ ਨੂੰ ਕੋਈ ਹੋਰ ਸੀਐਮ ਹੋਵੇ, ਮੈਂ ਪੁੱਛਣਾ ਉਹ ਕਹੇ ਜਿਹੜਾ ਤੁਸੀਂ ਹੁਣ ਕਹਿ ਰਹੇ ਹੋ ਕਿ ਤੁਹਾਡੇ ਹੱਥ ਤਾਂ ਇੰਨੀ ਕੀ ਪਾਵਰ ਆ, ਤੁਸੀਂ ਪ੍ਰਧਾਨ ਹੋ, ਕੱਲ ਨੂੰ ਕੋਈ ਹੋਰ ਸੀਐਮ ਆਵੇ ਤੁਹਾਡਾ ਪੰਜਾਬ ਮਾਡਲ ਲਾਗੂ ਨਾ ਕਰ ਰਿਹਾ ਹੋਵੇ, ਫਿਰ ਤੁਸੀਂ ਇਹ ਵੀ ਬੋਲਿਆ ਕਿ ਜੇ ਗ੍ਰਹਿ ਮੰਤਰੀ ਮੈਂ ਹੁੰਦਾ ਇਹ ਕਾਰਵਾਈ ਕਦੋਂ ਦੀ ਹੋ ਜਾਂਦੀ। ਮੈਂ ਤੇ ਬੜੀ ਦੇਰ ਪਹਿਲਾਂ ਤਾਂ ਬੋਲਿਆ ਸੀਗਾ। ਉਹਨਾਂ ਵਾਲੇ ਗ੍ਰਹਿ ਮੰਤਰੀ ਨੂੰ ਇਤਰਾਜ਼ ਹੈ ਇਸ ਗੱਲ ਦੇ ਉੱਤੇ, ਹੋਵੇ ਫਿਰ ਮੈਂ ਕੀ ਕਰਾਂ? ਉਹਨਾਂ ਨੇ ਕਿਹਾ ਕਿ ਸਿੱਧੂ ਦਾ ਕੋਈ ਹੱਕ ਨਹੀਂ ਬਣਦਾ। ਫਿਰ ਕਹੇ ਉੱਠ ਤੇ ਚੜ ਕੇ ਕਹਿ ਸਕਦੇ, ਫਿਰ ਕੀ ਕਹਾਂ? ਮੈਂ ਤਾਂ ਨਹੀਂ ਜਵਾਬ ਦਿੰਦਾ। ਅਕਾਲੀ ਕਹਿੰਦੇ ਸਾਡੇ ਨਾਲ ਤਾਂ ਸਿੱਧੂ ਰੰਧਾਵਾ ਇਹਨਾਂ ਨੇ ਮਿਲ ਕੇ ਬਹੁਤ ਵੱਡਾ ਵੰਡੈਟਾ ਕਰਤਾ, ਸਾਡੇ ਖਿਲਾਫ ਧੱਕਾ ਕਰਤਾ। ਅੱਛਾ, ਤੇ ਮੈਨੂੰ ਇੱਕ ਗੱਲ ਦੱਸ, 14 ਸੀਟਾਂ ਦੇ ਉੱਤੇ ਵੰਡੈਟਾ ਸੀ? ਕੰਨਾਂ ਤੋੜ ਕੇ ਭੱਜੇ, ਮੂੰਹ ਤੇ ਜੁੱਤੀਆਂ ਵੱਜੀਆਂ, ਗੋਬਰ ਲੈ ਕੇ ਪਿੰਡਾਂ ਦੇ ਲੋਕ ਖੜੇ, ਉਹ ਵੰਡੈਟਾ ਸੀ? ਤਨਖਾਹੀਆ ਕਰਾਰ ਕੀਤੇ ਹੋਏ ਰੋਟੀ ਬੇਟੀ ਦੀ ਸਾਂਝ ਨਹੀਂ ਹੋਊਗੀ, ਮਾਫੀ ਦਵਾਈ ਗਈ ਸੀ, ਕਿਉਂ? ਜਿਹੜਾ ਪੰਥ 40 ਸਾਲ ਜਿਹਦੇ ਨਾਂ ਦੇ ਉੱਤੇ ਰਾਜ ਕਰਦੇ ਰਹੇ ਇਹਨਾਂ ਦੇ ਖਿਲਾਫ ਖੜਾ ਸੀ, ਕਿਉਂ? 45 ਸੀਟਾਂ ਤੋਂ 14 ਦੇ ਉੱਤੇ ਆ ਗਏ, ਕਿਉਂ? ਅਕਾਲੀ ਦਲ ਕਹਿ ਰਿਹਾ ਹੈਗਾ ਸਰਕਾਰ ਸਾਡੀ ਬਣ ਰਹੀ ਹੈ ਕਿ ਉਹਨਾਂ ਦਾ, ਮੈਂ ਤਾਂ ਕਹਿ ਰਹੇ ਨੇ ਕਿ ਸਾਡੇ ਨਾਲ ਵੰਡੈਟਾ ਕੀਤਾ, ਜਦੋਂ ਅਸੀਂ ਆ ਗਏ ਸੱਤਾ 'ਚ ਸਿੱਧਾ ਕਹਿ ਰਹੇ ਨੇ, ਕਹਿੰਦੇ ਅਸੀਂ ਵੀ ਉਹੀ ਕਰਾਂਗੇ ਔਰ ਬਹੁਤ ਪਰਸਨਲੀ ਕਰਾਂਗੇ। ਡਾਇਨੋਸਾਰ ਆ ਜਾਣ ਭਾਵੇਂ ਧਰਤੀ ਦੇ ਉੱਤੇ ਐਕਸਟਿੰਕਟ ਹੋਏ, ਇਹ ਨਹੀਂ ਆਉਂਦਾ ਕਿ ਮੈਂ ਇਹਨਾਂ ਦੀਆਂ ਜ਼ਿੰਦਗੀਆਂ ਬਦਲ ਸਕੂੰਗਾ, ਜ਼ਰੀਆ ਬਣ ਸਕੂੰਗਾ, ਠੀਕ ਹੈ, ਨਹੀਂ ਤੇ ਵਰਤਿਆ ਨਹੀਂ ਜਾਂਦਾ। ਮੈਨੂੰ ਲੱਗਦਾ ਸਿੱਧੂ ਸਾਹਿਬ ਪਾਵਰ ਜਦੋਂ ਆਉਂਦੀ ਹੈ, ਕੋਈ ਬਦਲਾਅ ਆਉਂਦਾ ਬੰਦੇ 'ਚ। 3-4 ਦਿਨ ਜਦੋਂ ਸੀਐਮ ਚੰਨੀ ਬਣੇ, ਤੁਸੀਂ ਕਿਹਾ ਸੀਐਮ ਚੰਨੀ ਬਾਈ, ਤੁਹਾਨੂੰ ਲੱਗਦਾ ਬੰਦਾ ਬਦਲਦਾ ਕੋਈ? ਤੁਹਾਡੇ ਦੋਸਤ ਮਿੱਤਰ ਕਦੇ ਜ਼ਿੰਦਗੀ 'ਚ ਪਾਵਰ ਨਾਲ ਬਦਲੇ ਨੇ? ਮੈਂ ਤਾਂ 80% ਲੋਕਾਂ ਨੂੰ ਬਦਲਦੇ ਦੇਖਿਆ। ਬੜੇ ਲੋਕ ਬਦਲੇ ਆ, ਮੈਨੂੰ ਨਾਮ ਲੈ ਕੇ ਕੀ ਫਾਇਦਾ ਉਹਦਾ? ਲੋਕਾਂ ਨੂੰ ਪਤਾ ਹੈ ਧੌਣ 'ਚ ਜਦੋਂ ਸਰੀਆ ਫਸਦਾ ਉਹਦੀ ਆਵਾਜ਼ ਬੜੀ ਦੂਰ ਤੱਕ ਜਾਂਦੀ। ਨਰਿੰਦਰ ਮੋਦੀ, ਸ਼ੋਸ਼ਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਰਾਜਨੀਤੀ ਨੂੰ ਜੇ ਸਮਝਣਾ ਹੋਵੇ, ਲੀਡਰਾਂ ਦੇ ਬਿਆਨਾਂ 'ਚੋਂ ਨਹੀਂ ਸਮਝਣਾ ਚਾਹੀਦਾ। ਰਾਜਨੀਤੀ ਨੂੰ ਜੇ ਸਮਝਣਾ ਹੋਵੇ ਤਾਂ ਰੈਲੀਆਂ 'ਚੋਂ ਵੀ ਨਹੀਂ ਸਮਝਣਾ ਚਾਹੀਦਾ, ਕਿਉਂਕਿ ਰਾਜਨੀਤੀ 2 ਜੋੜ 2 4 ਨਹੀਂ ਹੁੰਦੀ। ਸਾਡੇ ਨਾਲ ਨਵਜੋਤ ਸਿੰਘ ਸਿੱਧੂ ਨੇ ਬਿਆਨਾਂ ਤੇ ਰੌਲਾ ਪਿਆ ਹੋਇਆ ਹੈ, ਕਦੇ ਕਿਹੜਾ ਬਿਆਨ, ਕਦੇ ਕਿਹੜਾ ਬਿਆਨ। ਆਪਣੇ ਬਿਆਨਾਂ ਨੂੰ ਕਿਵੇਂ ਜਸਟੀਫਾਈ ਕਰਨਗੇ? ਔਰ ਇਹ ਵੀ ਕਿਹਾ ਜਾਂਦਾ ਨਵਜੋਤ ਸਿੰਘ ਸਿੱਧੂ ਬਾਰੇ ਕਿ ਸਿੱਧੂ ਦਿਲੋਂ ਰਾਜਨੀਤੀ ਕਰਦੇ ਆ ਤੇ ਰਾਜਨੀਤੀ 'ਚ ਦਿਲ ਦਾ ਕੋਈ ਕੰਮ ਨਹੀਂ ਹੁੰਦਾ। ਸਾਡੇ ਨਾਲ ਨੇ, ਗੱਲਬਾਤ ਸ਼ੁਰੂ ਕਰਦੇ ਆ। ਸਿੱਧੂ ਸਾਹਿਬ, ਇਹ ਗੱਲ ਜਿਹੜੀ ਮੈਂ ਕਿਹਾ ਤੁਹਾਡੇ ਬਾਰੇ, ਤੁਹਾਡੀ ਯੂਥ ਕਾਂਗਰਸ ਦਾ ਲੀਡਰ ਬੋਲਿਆ ਕਿ ਸਿੱਧੂ ਸਾਹਿਬ ਪੋਲੀਟੀਸ਼ੀਅਨ ਨਹੀਂ ਹੈਗੇ, ਉਹ ਤਾਂ ਦਿਲੋਂ ਚੱਲਦੇ ਨੇ, ਇਸ ਕਰਕੇ ਕਈ ਵਾਰ ਨੁਕਸਾਨ ਵੀ ਝੱਲਣੇ ਪੈਂਦੇ ਨੇ। ਦਿਲੋਂ ਰਾਜਨੀਤੀ ਕਰਦੇ ਆ ਤੇ ਰਾਜਨੀਤੀ ਬਾਰੇ ਕਿਹਾ ਜਾਂਦਾ ਕਿ ਰਾਜਨੀਤੀ ਤਾਂ ਦਿਲ ਲੀਡਰ ਕੱਢ ਕੇ ਰੱਖ ਦਿੰਦਾ ਉਹਦਾ ਬਾਹਰ, ਯਾਨੀ ਭਾਵਨਾਵਾਂ ਕੋਈ ਨਹੀਂ ਹੁੰਦੀਆਂ। ਨਾ ਤੇਰੀ ਨਾ ਉਹਦੀ ਮਿੱਤਰਾ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਧਰਮ ਦੀ ਰਾਜਨੀਤੀ ਕਰਦਾ, ਸੱਚ ਤੇ ਹੱਕ ਦੀ ਰਾਜਨੀਤੀ ਕਰਦਾ, ਅੱਧੀ ਆਬਾਦੀ ਦੇ ਪੂਰੇ ਹੱਕ ਦੀ ਰਾਜਨੀਤੀ ਕਰਦਾ। ਔਰ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਵਚਨਬੱਧਤਾ ਦੇ ਉੱਤੇ ਹੈ, ਵਿਸ਼ਵਾਸ ਤੇ ਹੈ, ਆਸ ਤੇ ਹੈ। ਦ ਪੋਲੀਟਿਕਸ ਆਫ ਹੋਪ, ਨਾਟ ਦ ਪੋਲੀਟਿਕਸ ਆਫ ਫੀਅਰ। ਹੁਣ ਬਾਹਰੋਂ ਪਾਰਟੀਆਂ ਆ ਰਹੀਆਂ ਨੇ, ਗੰਦ ਪਾਉਣ ਆ ਰਹੀਆਂ ਨੇ, 100 ਮਣ ਦੁੱਧ ਦੇ ਵਿੱਚ ਖੱਟਾ ਪਾਉਣ ਆ ਰਹੀਆਂ ਨੇ। ਜਿੱਤਣਾ ਥੋੜਾ ਨਾ, ਉਹ ਪਤਾ ਵੀ ਨਹੀਂ ਜਿੱਤਣਾ, ਇਸ ਕਰਕੇ ਉਹ ਉਸ ਤਰੀਕੇ ਨਾਲ ਖੇਡਣਗੀਆਂ। ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਪੰਜਾਬ ਨੂੰ ਇੱਕ ਕਲਿਆਣਕਾਰੀ ਵੈਲਫੇਅਰ ਸਟੇਟ ਬਣਾਉਣ ਦੀ ਰਾਜਨੀਤੀ ਹੈ। ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਚੋਰਾਂ ਦੀ ਜੇਬ ਚੋਂ ਪੰਜਾਬ ਦੇ ਖਜ਼ਾਨੇ ਨੂੰ ਕੱਢ ਕੇ ਪੰਜਾਬ ਦੇ ਖਜ਼ਾਨੇ 'ਚ ਪਾ ਕੇ ਉਹਨੂੰ ਦੁੱਗਣਾ ਕਰਕੇ ਪੰਜਾਬ ਮਾਡਲ
ਇੱਕ ਨੀਤੀਬੱਧ ਯੋਜਨਾਬੱਧ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਉਸਾਰਨ ਦੀ ਰਾਜਨੀਤੀ ਹੈ। ਬਾਬੇ ਨਾਨਕ ਦੇ ਫਲਸਫੇ ਦੀ ਰਾਜਨੀਤੀ ਹੈ, ਸੱਚ ਹੱਕ ਦੀ ਰਾਜਨੀਤੀ ਹੈ। ਇਸੇ ਕਰਕੇ ਆਵਾਜ਼ ਨਿਕਲਦੀ ਹੈ, ਇਸੇ ਕਰਕੇ ਵਿਰੋਧਤਾ ਹੁੰਦੀ ਹੈ। ਔਰ ਵਿਰੋਧਤਾ 'ਚ ਸਭ ਤੋਂ ਵੱਡਾ ਵਿਕਾਸ ਹੈ, ਚਾਹੇ ਉਹ ਮੋਦੀ ਸੀ, ਚਾਹੇ ਉਹ ਕੇਜਰੀਵਾਲ ਸੀ, ਹੈ ਨਾ। ਸਭ ਤੋਂ ਵੱਧ ਜਦੋਂ ਸੋਨੀਆ ਮੈਡਮ ਸੀ, ਜਾਂ ਸਭ ਤੋਂ ਵੱਧ ਜਦੋਂ ਵਿਰੋਧ ਹੁੰਦਾ ਹੈ, ਇਹਦਾ ਮਤਲਬ ਬੰਦੇ 'ਚ ਕੁਝ ਹੈ, ਸਮਝੋ ਨਾ। ਜਿਹਦਾ ਭੈ ਹੈ, ਜਿਹ ਤੋਂ ਡਰ ਲੱਗਦਾ ਹੈ, ਅੰਬ ਦੇ ਪੇੜਾਂ ਦੇ ਹੀ ਰੋੜੇ ਲੱਗਦੇ ਹੁੰਦੇ ਆ ਮਿੱਤਰਾ। ਇਹ ਸਭ ਤੋਂ ਵੱਡੀ ਗੱਲ ਹੈ। ਮੈਨੂੰ ਬੜਾ ਫਖਰ ਹੁੰਦਾ ਇਸ ਗੱਲ ਦੇ ਉੱਤੇ ਕਿ ਕਿਸੇ ਕੋਲ ਗੱਲ ਦੀ ਕਾਟ ਹੈ ਨਹੀਂ, ਇਸ ਕਰਕੇ ਧੂੜ 'ਚ ਟੱਟੂ ਉਡਾਉਣ ਦੀ ਕੋਸ਼ਿਸ਼ ਕਰਦੇ ਆ ਲੋਕ। ਸਮਝ ਲੈ ਇਸ ਗੱਲ ਨੂੰ। ਅੱਛਾ, ਕੂਟਨੀਤੀ ਬਾਰੇ ਕਿਹਾ ਜਾਂਦਾ, ਡਿਪਲੋਮੈਸੀ ਚਾਹੇ ਇੰਟਰਨੈਸ਼ਨਲੀ ਹੋਵੇ, ਨੈਸ਼ਨਲੀ ਹੋਵੇ, ਇੰਟਰਨਲ ਪੋਲਿਟਿਕਸ ਹੋਵੇ ਪਾਰਟੀ ਦੀ, ਕਹਿੰਦੇ ਆ ਕੂਟਨੀਤੀ ਬੜੀ ਜ਼ਰੂਰੀ ਹੁੰਦੀ ਹੈ। ਜਿਹੜੀ ਮੈਂ ਗੱਲ ਪੁੱਛ ਰਿਹਾ ਕਿ ਨਵਜੋਤ ਸਿੰਘ ਸਿੱਧੂ ਸਿੱਧੇ ਨੇ, ਸਿੱਧੀ ਗੱਲ ਕਹਿੰਦੇ ਨੇ, ਤੇ ਰਾਜਨੀਤੀ 'ਚ ਕਈ ਵਾਰ ਸਿੱਧੀਆਂ ਗੱਲਾਂ ਕਹੀਆਂ ਦੇ ਖਮਿਆਜ਼ੇ ਭੁਗਤਣੇ ਪੈ ਜਾਂਦੇ ਨੇ। ਲੋਕ ਕਹਿ ਰਹੇ ਸਿੱਧੂ ਨੂੰ ਉਹਦੇ ਭੁਗਤਣੇ ਪੈ ਗਏ। ਜਿਨ੍ਹਾਂ ਨੇ ਸਿੱਧੀਆਂ ਗੱਲਾਂ ਕੀਤੀਆਂ ਉਹਨਾਂ ਦੇ ਨਾਮ ਨੇ, ਜਿਨ੍ਹਾਂ ਨੇ ਸਿੱਧੀ ਰਾਜਨੀਤੀ ਕੀਤੀ ਉਹਨਾਂ ਦੇ ਨਾਮ ਨੇ। ਪ੍ਰੀ ਇੰਡੀਪੈਂਡੈਂਸ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਮੌਲਾਨਾ ਆਜ਼ਾਦ, ਲਾਲ ਬਹਾਦੁਰ ਸ਼ਾਸਤਰੀ, ਉਹਨਾਂ ਦੇ ਨਾਮ ਨੇ। ਉਹਨਾਂ ਦੀ ਇਮਾਨਦਾਰੀ ਦੇ ਚਰਚੇ ਨੇ, ਉਹਨਾਂ ਦੀ ਨੈਤਿਕਤਾ ਦੇ ਚਰਚੇ ਨੇ। ਚੋਰਾਂ, ਠੱਗਾਂ, ਸੇਠਾਂ ਦੇ ਕਿਹੜੇ ਚਰਚੇ ਹੋਏ? ਕੋਈ ਚਰਚਾ ਨਹੀਂ ਹੈ। ਜਿਨ੍ਹਾਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਬਦਲੀਆਂ ਉਹਨਾਂ ਦੇ ਚਰਚੇ। ਜਿਨ੍ਹਾਂ ਨੇ ਔਖਿਆਈ ਝੇਲ ਕੇ ਸੰਘਰਸ਼ ਨੂੰ ਗਹਿਣਾ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਬਦਲਣ ਨੂੰ ਮਾਫੀਏ ਦਾ ਭਾਂਡਾ ਫੋੜ ਕੀਤਾ, ਪਰਦਾਫਾਸ਼ ਕੀਤਾ ਔਰ ਇੱਕ ਰੋਡ ਮੈਪ ਦਿੱਤਾ। ਗਾਲਾਂ ਨਹੀਂ ਕੱਢੀਆਂ, ਇੱਧਰਲੀ ਗੱਲ ਉੱਧਰਲੀ ਨਹੀਂ ਕੀਤੀ, ਇੱਕ ਦੂਜੇ ਤੇ ਲਾਂਛਨ ਨਹੀਂ ਲਾਏ। ਇਸ ਰੋਡ ਮੈਪ ਨੂੰ ਕੋਈ ਕਰੇ ਚੈਲੰਜ ਤੇ ਆਵੇ ਮੈਦਾਨ 'ਚ। ਮੈਂ ਕਹਿ ਰਿਹਾ ਕਿ ਤੁਸੀਂ ਹੁਣ ਕਾਂਗਰਸ ਦੀ ਰਾਜਨੀਤੀ ਨੂੰ ਨੇੜੋਂ ਦੇਖ ਰਹੇ ਹੋ, ਬੀਜੇਪੀ ਦੀ ਵਿਧੀ ਵੀ ਦੇਖੀ ਹੈ, ਅਕਾਲੀਆਂ ਦੇ ਨਾਲ ਅਲਾਈਅੰਸ ਵੀ ਹੁੰਦਾ ਸੀਗਾ। ਜਿਹੜੀ ਅੰਦਰ ਇੰਨੀ ਜ਼ਿਆਦਾ ਮਤਲਬ ਡਿਪਲੋਮੈਸੀ ਹੁੰਦੀ ਹੈ ਕਿ ਇੱਕ ਦੂਜੇ ਨੂੰ ਬੰਦਾ ਖੂੰਜੇ ਲਾਉਣ 'ਚ ਲੱਗਿਆ ਰਹਿੰਦਾ ਹੈਗਾ। ਇਹਨੂੰ ਤੁਸੀਂ ਕਿਵੇਂ ਅਬਜ਼ਰਵ ਕੀਤਾ? ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਕੀ ਲੱਗਿਆ ਜਦੋਂ ਪ੍ਰਧਾਨ ਬਣੇ? ਪ੍ਰਧਾਨ ਤੋਂ ਬਾਅਦ ਸੀਐਮ ਦੀ ਚਰਚਾ ਛਿੜੀ, JW ਮੈਰੀਅਟ 'ਚ ਮੀਟਿੰਗਾਂ ਹੋ ਰਹੀਆਂ ਸੀ। ਕੀ ਅਹਿਸਾਸ ਹੋਇਆ ਉਸ ਦਿਨ ਕਿ ਯਾਰ ਇਹ ਕੀ ਹੁੰਦਾ? ਜਿਹੜੇ ਤੁਹਾਡੀ ਬੱਸ 'ਚ 60 ਚੜੇ ਫਿਰਦੇ ਹੁੰਦੇ ਸੀਗੇ, 70 ਚੜੇ ਫਿਰਦੇ ਹੁੰਦੇ ਸੀ, ਉਸ ਦਿਨ ਕੀ ਅਹਿਸਾਸ ਹੋਇਆ ਤੁਹਾਨੂੰ? ਭਾਈ ਇਹ ਕਦੇ ਸੋਚਿਆ ਹੀ ਨਹੀਂ ਨਵਜੋਤ ਸਿੰਘ ਸਿੱਧੂ ਨੇ। ਨਵਜੋਤ ਸਿੰਘ ਸਿੱਧੂ ਨੇ ਅਹੁਦਿਆਂ ਲਈ ਕਦੇ ਰਾਜਨੀਤੀ ਨਹੀਂ ਕੀਤੀ। ਨਵਜੋਤ ਸਿੰਘ ਸਿੱਧੂ ਨੇ ਇੱਕ ਮਕਸਦ ਦੇ ਨਾਲ ਰਾਜਨੀਤੀ ਕੀਤੀ ਹੈ, ਔਰ ਉਹ ਮਕਸਦ ਹੈ ਜ਼ਿੰਦਗੀਆਂ ਬਦਲਣਾ। ਉਹ ਮਕਸਦ ਹੈ ਹਰ ਹਾਲਾਤ ਦੇ ਵਿੱਚ ਪੰਜਾਬ ਨਾਲ ਖੜਨਾ। ਉਹ ਮਕਸਦ ਹੈ ਪੰਜਾਬ ਨੂੰ ਜਿਤਾਉਣਾ। ਉਹ ਮਕਸਦ ਹੈ ਇਹ ਜਿਹੜਾ ਕਰਜ਼ੇ ਦਾ ਫੇਰਾ ਪਿਆ ਹੋਇਆ ਔਰ ਟੁੱਟਦਾ ਹੀ ਨਹੀਂ, ਇਸ ਪੁੱਠੀ ਰਾਹ ਦੇ ਉੱਤੇ ਤੁਰੇ ਪੰਜਾਬ ਨੂੰ ਸਿੱਧੀ ਰਾਹ ਦੇ ਉੱਤੇ ਪਾਣਾ। ਇੱਕ ਰੋਡ ਮੈਪ ਦੇ ਕੇ ਇਹ 5 ਲੱਖ ਕਰੋੜ ਦੇ ਕਰਜ਼ੇ ਚੋਂ ਆਮ ਪੰਜਾਬੀ ਨੂੰ ਇਸ ਚੰਗੁਲ ਦੇ ਵਿੱਚੋਂ ਛੁਡਾਉਣਾ। 51,000 ਕਰੋੜ ਰੁਪਈਆ ਟੈਕਸ ਦਿੰਦਾ ਆਮ ਪੰਜਾਬੀ, ਟੋਲਾਂ ਦੇ ਉੱਤੇ, ਪੈਟਰੋਲ ਡੀਜ਼ਲ ਦੇ ਉੱਤੇ, ਲੂਣ ਤੇ ਤੇਲ ਤੇ ਅਮੀਰ ਦਿੰਦਾ 225 ਕਰੋੜ। ਉਹਨੂੰ ਇਹ ਖੇਡ ਸਮਝਾਉਣਾ ਬਹੁਤ ਜ਼ਰੂਰੀ ਹੈ। ਔਰ ਕੱਲ ਜਿਹੜੀ ਮੈਂ ਗੱਲ ਕੀਤੀ ਹੈ, ਪੰਜਾਬ ਮਾਡਲ ਦਾ ਬਹੁਤ ਚਮਕਦਾ ਹਿੱਸਾ ਹੈ। ਔਰਤਾਂ ਨੂੰ, ਅੱਧੀ ਆਬਾਦੀ ਨੂੰ ਉਹਨਾਂ ਦਾ ਪੂਰਾ ਹੱਕ ਦੇਣਾ। ਜਿਉਂ ਲੱਗਦੇ ਆ ਝੂਠ ਬੋਲਣ, ਜਿਨ੍ਹਾਂ ਦੇ ਪੈਰਾਂ ਥੱਲੋਂ ਜ਼ਮੀਨ ਕੱਢਤੀ, ਜਿਨ੍ਹਾਂ ਦੀ ਗੇਮ ਸਾਰੀ ਵਿਗਾੜਤੀ, ਜਿਨ੍ਹਾਂ ਨੂੰ ਸ਼ਹਿ ਮਾਤ ਦੇਤੀ, ਉਹ ਫਿਰ ਚੀਕਾਂ ਮਾਰਦੇ ਆ। ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਫਿਊਚਰ 'ਚ ਇਨਵੈਸਟਮੈਂਟ ਹੈ। ਇਹ ਜਿਵੇਂ FD ਜਿਹੜੀ ਹੈ ਨਾ, ਕੰਪਾਊਂਡ ਇੰਟਰਸਟ ਦੇ ਨਾਲ ਸੂਦ ਸਮੇਤ ਵਾਪਸ ਆਉਂਦੀ ਹੈ। ਇਹ ਜਦੋਂ ਕਿਸੇ ਕੁੜੀ ਨੂੰ ਤੁਸੀਂ ਐਜੂਕੇਸ਼ਨ ਦਿੰਦੇ ਹੋ, ਉਹਦੀ ਐਜੂਕੇਸ਼ਨ ਨੂੰ ਇਨਸੈਂਟੀਵਾਈਜ਼ ਕਰਦੇ ਹੋ, ਤੇ ਤੁਸੀਂ ਆਪਣੀ ਅਗਲੀ ਜਨਰੇਸ਼ਨ ਨੂੰ ਤਕੜਾ ਕਰਦੇ ਹੋ। ਯੂ ਐਜੂਕੇਟ ਵਨ ਵੂਮਨ ਐਂਡ ਯੂ ਆਰ ਐਜੂਕੇਟਿੰਗ ਅ ਫੈਮਿਲੀ। ਕੀ ਤੁਹਾਨੂੰ ਉਦੋਂ ਇਹ ਨਹੀਂ ਪਤਾ ਸੀ ਜਦੋਂ ਤੁਸੀਂ ਇਸ ਗੱਲ ਦਾ, ਜਦੋਂ ਆਪ ਵਾਲਿਆਂ ਨੇ ਕਿਹਾ ਜਾਂ ਕੋਈ ਹੋਰ ਕਰਦਾ, ਤੁਸੀਂ ਕਹਿੰਦੇ ਪਾਪੂਲਿਜ਼ਮ ਆ, ਪੋਲੀਟੀਕਲ ਪਾਪੂਲਿਜ਼ਮ ਆ, ਇਹ ਪੰਜਾਬ ਦਾ ਬੇੜਾ ਗਰਕ ਕਰ ਦੋ, ਪੰਜਾਬ ਸਿਰ ਕਰਜ਼ਾ? ਤੁਸੀਂ ਬਾਰ-ਬਾਰ ਮੇਰੀ ਗੱਲ ਨੂੰ ਸੁਣੋ, ਠਹਿਰ ਜਾਓ ਜੀ, ਠਹਿਰ ਜਾਓ। ਇਹ ਕਿਹੜਾ ਪੋਲੀਟੀਕਲ ਪਾਪੂਲਿਜ਼ਮ ਹੈ? ਜਿਹੜੀ ਕੁੜੀ ਤੁਸੀਂ ਦੇਖਿਆ ਕਿ ਅੱਜ 1.8% ਔਰਤਾਂ ਦੇ ਨਾਮ ਦੇ ਉੱਤੇ ਰਜਿਸਟਰੀਆਂ ਨੇ। ਇਹ ਅਸਮਾਨਤਾ ਦੇਖੀ ਹੈ? ਜਦੋਂ 17 ਦੀ ਹੋ ਗਈ ਵਿਆਹ ਦਿਓ। ਕਿਸੇ ਨੂੰ ਦੇਖਿਆ ਇਨਸੈਂਟਿਵ ਦਿੰਦੇ ਹੋਏ ਵੀ ਜੇ ਤੂੰ 5ਵੀਂ ਪਾਸ ਕਰੇਂਗੀ ਬੇਟਾ 5,000, ਜੇ ਤੂੰ 8ਵੀਂ ਪਾਸ ਕਰੇਂਗੀ 10,000, ਜੇ ਤੂੰ 12ਵੀਂ ਪਾਸ 10ਵੀਂ ਪਾਸ ਕਰੇਂਗੀ 15,000 ਨਾਲ ਇੱਕ ਟੈਬਲੇਟ, ਕਿ ਭਾਈ ਹਾਇਰ ਐਜੂਕੇਸ਼ਨ ਦੇ ਵਾਸਤੇ ਉਹ ਕਰੇਂਗੀ। ਤੇ ਜੇ 12ਵੀਂ ਪਾਸ ਕਰੇਂਗੀ ਤੇ 20,000 ਰੁਪਈਆ ਨਾਲ ਸਕੂਟੀ ਟਰੈਵਲ ਕਰਨ ਵਾਸਤੇ। ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਉਹਨਾਂ ਨੂੰ ਬੱਸਾਂ ਦੇ ਵਿੱਚ ਚੜ੍ਹਨ ਨੂੰ। ਇਹ ਕਿਸੇ ਨੇ ਦੇਖਿਆ? ਇਹ ਅੱਜ ਤੱਕ ਕਿਸੇ ਨੇ ਅਨਾਉਂਸਮੈਂਟ ਕੀਤੀ ਹੈ? ਫਿਰ ਜਿਹੜੀ ਗ੍ਰਹਿਣੀ ਹੈ ਘਰ 'ਚ, ਸਵੇਰੇ ਤੋਂ ਲੈ ਕੇ ਸ਼ਾਮ ਤੱਕ ਬੱਚੇ ਪੜ੍ਹਾਉਂਦੀ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰੇ ਘਰ ਵਾਲਾ ਤਿਆਰ ਕਰਦੀ ਹੈ। ਤੇਰੀ ਵੀ ਮਾਂ ਰਹੀ ਹੈ, ਮੇਰੀ ਵੀ ਮਾਂ ਰਹੀ ਹੈ, ਠੀਕ ਹੈ। ਚੂਲੇ ਦੇ ਵਿੱਚ, ਠੀਕ ਹੈ ਕਿ ਨਹੀਂ, ਸਾਰਾ ਮੂੰਹ ਗੰਦਾ ਪਿਆ, ਇੱਧਰ ਭੱਜ ਉੱਧਰ ਭੱਜ। ਇਹ ਸਭ ਨੇ ਦੇਖਿਆ। ਇਹ ਉਹਨੂੰ ਸਨਮਾਨ ਦੇਣ ਦੀ ਗੱਲ ਹੈ। ਇਹ ਨਹੀਂ ਵੀ 18 ਸਾਲ ਦੀ ਹੋ ਗਈ ਕੁੜੀ ਤਾਂ ਦੇਾਂਗੇ ਅਸੀਂ 1,000 ਰੁਪਈਆ। ਕਿਉਂ ਵੋਟ ਲੈਣੀ ਹੈ?
ਪੌਣੇ 5 ਸਾਲ ਕਿੱਥੇ ਸੀ? ਸਮਝੇ ਨਹੀਂ? ਮੈਂ ਕਹਿ ਰਿਹਾਗਾ ਕਿ ਉਹ ਬਿਆਨ ਤੇ ਇਹ ਗੱਲ 'ਚ ਕੀ ਫਰਕ ਆ? ਬਸ ਇਹ ਸਮਝਾਓ। ਕੁਛ ਇੱਕ ਬਿਆਨ ਆਮ ਆਦਮੀ ਦੋ ਪਾਰਟੀ ਨੇ ਚੀਜ਼- ਦਿੱਤਾ, ਤੁਸੀਂ ਉਹਦਾ ਵਿਰੋਧ ਕੀਤਾ। ਉਹ ਬਿਆਨ ਪਾਪੂਲਿਜ਼ਮ ਆ, ਉਹ ਬਿਆਨ ਕਿਹਾ ਕਰਜ਼ਾ ਇੰਨਾ ਸਿਰਾ ਪੰਜਾਬ ਉਹ ਸਿਰ, ਭਾਈ ਇਹਦੇ 'ਚ ਕੀ ਫਰਕ ਆ? ਇਹਦੇ 'ਚ ਇੰਨਾ ਹੀ ਫਰਕ ਹੈ ਕਿ ਉਹ ਬਿਆਨ ਇੱਕ ਪੋਲੀਟੀਕਲ ਗਿਮਿਕ ਹੈ। ਤੁਸੀਂ ਪੌਣੇ 5 ਸਾਲ ਬਾਅਦ ਆ ਕੇ 1000 ਰੁਪਇਆ ਤੁਸੀਂ ਦਿੱਲੀ 'ਚ ਦਿੱਤਾ ਹੈ। ਤੁਸੀਂ ਵੀ ਤਾਂ ਪੌਣੇ 5 ਸਾਲ ਭਾਈ ਬਾਅਦ ਕਹਿ ਰਹੇ ਹੋ। ਮੇਰੀ ਗੱਲ ਨੂੰ ਸੁਣ, ਪੌਣੇ 5 ਨੇ ਨਹੀਂ ਕਰਿਆ। ਪੌਣੇ 5 ਸਾਲ ਮੈਂ ਕੈਪਟਨ ਨਾਲ ਲੜਿਆ, ਕਿਹੜੀ ਸੱਤਾ ਹੰਡਾਈ? ਤੇਰੇ ਸਾਹਮਣੇ ਲੜਿਆ। ਤੂੰ ਕਿਹੜਾ ਲੜਿਆ? ਤੇਰੇ ਨਾਲੋਂ ਵੱਧ ਲੜਿਆ, 10 ਗੁਣੇ ਵੱਧ ਲੜਿਆ ਮਿੱਤਰਾ। ਭੈਣ ਮੰਤਰਾਲੇ ਛੱਡੇ, ਸਭ ਕੁਝ ਛੱਡਿਆ, ਇੱਕ ਇੱਕ ਚੀਜ਼ ਛੱਡੀ। ਉਹਨੂੰ ਕਹਾ ਖੜ ਹੋਏ, ਕਿੱਥੇ ਖੜਦਾ? ਤੇ ਲਾ ਕੇ ਉਹ ਮਾਰਿਆ ਪੱਟ ਕੇ, ਜਿਹੜਾ ਕਹਿੰਦੇ ਦਰਵਾਜ਼ੇ ਬੰਦ ਕਰੂੰਗਾ। ਚੋਰ ਸੀ ਉਹ, ਠੱਗਿਆ ਚੋਰ ਸੀ ਉਹ ਬੰਦਾ। ਹੈ ਰਬੜ ਦਾ ਗੁੱਡਾ ਸੀ ਉਹ, ਨੱਚਦਾ ਸੀ ਬੀਜੇਪੀ ਦੇ ਹੱਥੋਂ। ਹੈ ਆਪਦੀ ਜਾਨ ਬਚਾਉਣ ਨੂੰ ਖੜਦਾ ਸੀ। ਸਿੱਧੂ ਕਦੇ ਜਾਨ ਬਚਾਉਣ ਨੂੰ ਖੜਾ ਹੈ? ਲਾ ਸਿੱਧੂ ਤੇ ਈਡੀ। ਹੈ ਗੱਲ ਕਰ ਇਮਾਨਦਾਰੀ ਦੀ, ਨੈਤਿਕਤਾ ਦੀ। ਇਸ ਕਰਕੇ ਉਹ ਕੈਪਟਨ ਗਏ। ਇੱਕ ਨਵਾਂ ਪੰਜਾਬ ਹੈ, ਇੱਕ ਨਵੀਂ ਸੋਚ ਹੈ। ਸਾਨੂੰ ਕਿਹੜੇ ਮੈਂ ਨਿਰਣੇ ਕਹਿ ਰਿਹਾ, ਤੁਸੀਂ ਕਿਹਾ 5 ਸਾਲ ਬਾਅਦ ਇਹਨਾਂ ਨੇ, ਪੌਣੇ 5 ਸਾਲ ਬਾਅਦ ਆ ਕੇ ਆਪ ਵਾਲੇ ਇਹ ਕਰ ਰਹੇ ਨੇ ਜਾਂ ਬਾਕੀ ਇਹ ਕਰ ਰਹੇ ਨੇ? ਤੁਸੀਂ ਵੀ ਤਾਂ, ਮੈਂ ਕਹਿ ਰਿਹਾ ਪ੍ਰਿੰਸੀਪਲੀ ਕੀ ਫਰਕ ਆ? ਭਾਈ ਜਦੋਂ ਤੁਸੀਂ ਕਿਸੇ ਨੂੰ ਕਰਨ ਹੀ ਨਹੀਂ ਦੋਗੇ, ਮੈਂ ਕਹਿੰਦੀ 1000 ਰੁਪਏ ਟਰਾਲੀ ਤੇਰੇ ਸਾਹਮਣੇ ਕਿਹਾ ਸੀਗਾ, ਲੈਤੀ ਹੈ? ਬਣਾ ਸ਼ਰਾਬ ਨੀਤੀ ਪਹਿਲੀ ਕੈਬਨਿਟ 'ਚ ਕਿਹਾ ਸੀ, ਕਰਤੀ। ਚੀਫ ਮਿਨਿਸਟਰ ਕੋਲ ਐਬਸੋਲੂਟ ਪਾਵਰ ਹੈ, ਨਚਾਉਂਦੇ ਨੇ ਅਫਸਰਸ਼ਾਹੀ ਖੜੀ ਕਰਕੇ, ਜਿਹਨੀ ਮਿਨਿਸਟਰੀ ਨੂੰ ਗੁਲਾਮ ਬਣਾ ਦਿੰਦੇ। ਕਹਿ ਨਹੀਂ ਲੈਜਿਸਲੇਚਰ ਦੀ ਗਰਿਮਾ ਗੌਣ ਕਰਤੀ। ਐਸਐਸਪੀਆਂ ਦੇ ਬੰਦ ਤੇ ਸਾਡੇ ਐਮਐਲਏ ਹੱਥ ਚੱਕ ਲੈਫਟੈਨ ਬਣਾਤੇ। ਕਿਹਾ ਕਿ ਨਹੀਂ ਕਿਹਾ? ਆਵਾਜ਼ ਨਿਕਲਦੀ ਹੈ ਸਿੱਧੂ ਦੀ। ਸੱਚ ਤੇ ਖੜਾ ਸਿੱਧੂ, ਹੱਕ ਸੱਚ ਤੇ ਖੜਾ ਹੈ। ਅੱਜ ਵੀ ਜੋ ਮੈਂ ਆਪਣੀਆਂ ਧੀਆਂ ਭੈਣਾਂ ਦੇ ਲਈ ਇਹ ਪਲਾਨ ਬਣਾਇਆ, ਕਿਸੇ ਨੇ ਬਣਾਇਆ ਹੋਵੇ ਤਾਂ ਦੱਸ। ਉਹਨੂੰ ਕਹਾ ਬੈਠ। ਤੂੰ 18 ਸਾਲ ਤੋਂ ਉੱਤੇ ਨੂੰ ਕਿਉਂ ਦੇਂਗਾ? ਤੂੰ 8 ਸਾਲ ਦੀ ਕੁੜੀ ਨੂੰ ਕਿਉਂ ਨਹੀਂ ਦੇਂਗਾ ਬਾਈ? ਤੂੰ ਉਹਦੀ ਐਜੂਕੇਸ਼ਨ ਦੇ ਵਿੱਚ ਕਿਉਂ ਨਹੀਂ ਇਨਵੈਸਟ ਕਰੇਗਾ ਬਾਈ? ਫਿਰ ਲੋਕ ਉਲਟਾ ਸਵਾਲ ਕਰਦੇ ਕਿ ਸਰਕਾਰ ਤੁਹਾਡੀ। ਗੱਲ ਤਾਂ ਸੁਣ ਲਓ ਭਾਈ, ਸਰਕਾਰ ਮੇਰੀ ਸੀ, ਮੈਂ ਉਹਦਾ ਹਿੱਸੇਦਾਰ ਸੀ। ਦੱਸ, ਮੈਂ ਉਹਦਾ ਹਿੱਸੇਦਾਰ ਸੀ? ਮੈਂ ਬਾਹਰ ਸੀ ਉਸ ਸਰਕਾਰ ਤੋਂ। ਔਰ ਉਹ ਮੈਂ ਕਿੱਥੇ ਬਾਹਰ? ਪ੍ਰਧਾਨ ਆ, ਤਾਂ ਹੀ ਤਾਂ ਨਿਰਣੇ ਲੈ ਰਿਹਾ। ਨਹੀਂ, ਇਹ ਇੰਪਲੀਮੈਂਟ ਵੀ ਤਾਂ ਹੋ ਸਕਦਾ ਭਾਈ। ਸੀ। ਮੰਨ ਲਓ ਤੁਸੀਂ 1 ਮਹੀਨਾ ਪਹਿਲਾਂ ਕਿਸ ਤਰ੍ਹਾਂ ਇੰਪਲੀਮੈਂਟ ਹੋ ਸਕਦਾ ਸੀ ਭਾਈ? ਤੈਨੂੰ ਲੱਗਦਾ 1 ਮਹੀਨੇ 'ਚ ਬਣ ਗਿਆ? 1 ਸਾਲ ਜਦੋਂ ਘਰੇ ਬੈਠਾ ਸੀਗਾ, 17 ਸਾਲ ਹੰਡਾ ਕੇ ਬਣਿਆ ਇਹ। ਇਹ ਨਹੀਂ ਬਣਦੇ ਵੀ ਘਰੇ ਬੈਠ ਲਓ ਜਾਂ ਮਾਫੀਆ ਦੀਆਂ ਡੀਲਾਂ ਕਰ ਲਓ ਜਾਂ ਜ਼ਮੀਨਾਂ ਵੇਚ ਲਓ ਜਾਂ ਧੰਦੇ ਕਰ ਲਓ, ਉਦੋਂ ਨਹੀਂ ਬਣਦੇ ਇਹ। ਇਹਦੇ ਲਈ ਨਿਸਵਾਰਥ ਹੋਣਾ ਪੈਂਦਾ ਹੈ। ਇਹਦੇ ਲਈ ਇਨਸਾਨ ਨੂੰ ਸਭ ਸਰਵਸਵ ਛੱਡਣਾ ਪੈਂਦਾ ਹੈ। ਦੱਸ ਸਿੱਧੂ ਨੇ ਕੀ ਖੱਟਿਆ ਇਹਦੇ ਚੋਂ? ਨਹੀਂ, ਮੈਂ ਇੱਕ ਗੱਲ ਕਹਿ ਰਿਹਾ, ਮੰਨ ਲਓ ਤੁਸੀਂ ਇਹ ਤਿਆਰ ਕੀਤਾ ਸੀਗਾ, ਤਿਆਰ ਕਰਕੇ ਤੁਸੀਂ ਸੀਐਮ ਚੰਨੀ ਨੂੰ ਦਿੰਦੇ ਕਿ ਆ ਲੋ ਸੀਐਮ ਭਾਈ ਮੇਰੀ ਇੱਕ ਗੱਲ ਨੂੰ ਸੁਣ, ਇਹਨੂੰ ਇੰਪਲੀਮੈਂਟ ਕਰੋ। ਭਾਈ ਮੇਰੀ ਗੱਲ ਨੂੰ ਸੁਣ, ਉਹਨੇ ਗਵਰਨੈਂਸ ਕੀਤੀ ਹੈ, ਕਿਹਨੂੰ ਪੁੱਛਿਆ? ਕੈਬਨਿਟ 'ਚ ਡਿਸੀਜਨ ਲੈਂਦਾ, ਠਾ ਦੇਣੇ ਕਰਦਾ, ਮੈਂ ਉਹਦੀ ਇਸਤਕਬਾਲ ਕਰਦਾ। ਜਿਹੜੀ ਚੀਜ਼ ਮੈਨੂੰ ਠੀਕ ਨਹੀਂ ਲੱਗਦੀ ਮੈਂ ਉਹਨੂੰ ਕਹਿੰਦਾ ਭਾਈ ਇਹਦੇ ਨਾਲ ਬਿਹਤਰੀ ਹੋ ਸਕਦੀ ਹੈ। ਪੰਜਾਬ ਮਾਡਲ ਲਾਗੂ ਕੌਣ ਕਰੂ? ਸਵਾਲ ਤੇ ਇਹ ਹੈ। ਜਿਹੜਾ ਬੰਦਾ ਡਿਸਟਿਲਰੀਆਂ ਚਲਾਉਂਦਾ ਹੋਵੇ, ਜਿਹੜਾ ਬੰਦਾ ਨਸ਼ੇ ਵੇਚਦਾ ਹੋਵੇ, ਨਾਲ ਰਲਿਆ ਹੋਵੇ, ਪਹਾੜਾਂ ਦੇ ਪਹਾੜ ਖਾ ਗਿਆ ਹੋਵੇ ਰੇਤੇ ਦੇ, ਰੋਜ਼ ਰੇਤੇ ਦੇ ਧੰਦੇ ਕਰਦਾ ਹੋਵੇ, ਉਹ ਬਣਾਊ ਕਾਰਪੋਰੇਸ਼ਨ? ਉਹ ਕੱਢੂ 2,000 ਕਰੋੜ ਰੁਪਈਆ। ਫਿਰ ਕਿਉਂ ਚੱਲਦਾ ਇਹ ਠੇਕੇਦਾਰਾਂ ਤੇ? ਕੌਣ ਕਰ ਰਿਹਾ ਹੈਗਾ? ਤੈਨੂੰ ਨਹੀਂ ਪਤਾ? ਸਭ ਨੂੰ ਪਤਾ ਹੈ, ਪਬਲਿਕ ਸਭ ਜਾਣਦੀ ਹੈ। ਕੇਬਲ ਕਿਹਦੇ ਕੋਲ ਹੈ? ਕੌਣ? ਸਰਕਾਰ ਕਿਉਂ? ਸਰਕਾਰ ਸੁਖਬੀਰ ਦੀ ਨਹੀਂ ਸੀ। ਜੁਝਾਰ ਕੌਣ ਹੈ? ਤੈਨੂੰ ਨਹੀਂ ਪਤਾ? ਤੇ ਨਵਜੋਤ ਸਿੰਘ ਸਿੱਧੂ ਨਹੀਂ ਲਿਆ ਉਦੋਂ ਕਾਨੂੰਨ ਐਂਟਰਟੇਨਮੈਂਟ ਟੈਕਸ ਵੀ ਇਹਨੇ ਹੱਥ ਪਾਉਣ ਦਿਓ ਮੈਨੂੰ? ਅੱਜ ਵੀ ਸੱਤਾ ਦੇ ਗਲਿਆਰਿਆਂ 'ਚ ਘੁੰਮਦਾ ਫਿਰਦਾ ਉਹ। ਤੁਸੀਂ ਨਿਰਣੇ ਨਹੀਂ ਲੈਣ ਦਿਓਗੇ, ਕਿਵੇਂ ਕਰੂ ਕੋਈ? ਹੁਣ ਤਾਂ ਸਰਕਾਰ ਤੁਹਾਡੀ ਹੈ ਨਾ ਭਾਈ। ਸਰਕਾਰ ਤੇ ਉਦੋਂ ਵੀ ਮੇਰੀ ਸੀ, ਕੈਪਟਨ ਨੂੰ ਬਦਲਾਇਆ ਤੇ ਸਰਕਾਰ ਭਾਈ 2 ਮੁੱਖ ਮੰਤਰੀਆਂ ਤੋਂ ਇਲਾਵਾ 10 ਕਿਹੜਾ ਨਿਰਣੇ ਲੈਂਦਾ ਹੈ? ਨਾ ਦੇ, ਗੁਲਾਮ ਬਣਾ ਕੇ ਰੱਖਤੀਆਂ ਮਿਨਿਸਟਰੀਆਂ। ਆਈਐਸ ਅਫਸਰ ਕੀ ਹੈ? ਆਈਐਸ ਅਫਸਰ ਨੂੰ ਪਤਾ ਮੈਨੂੰ ਚੀਫ ਮਿਨਿਸਟਰ ਬਦਲੂਗਾ, ਇਹੀ ਮੇਰੀ ਬਦਲੀ ਕਰੂ ਤੇ ਇਹੀ ਮੈਨੂੰ ਚੰਗੀ ਪੋਸਟਿੰਗ ਦਊ, ਨਹੀਂ ਤਾਂ ਮੈਨੂੰ ਨੁਕਰੇ ਲਾ ਕੇ ਪਾ ਦੂ। ਕਮਾਊ ਪੁੱਤ ਅੱਗੇ। ਤੇ ਸਿੱਧੂ ਵਰਗੇ ਜਿਹੜੇ ਪੰਜਾਬ ਦਾ ਭਲਾ ਕਰਨੇ, ਮੇਰੇ ਘਰੇ ਬਿਠਾਤੇ। ਦਿਖਦਾ ਨਹੀਂ ਸੀ ਤੈਨੂੰ? ਦੇਖ ਇਸ ਗੱਲ ਨੂੰ, ਇਹ ਲਿਖੋ ਤੇ ਆਵੇ ਕੋਈ ਬਹਿਸ ਕਰੇ। ਕੇਜਰੀਵਾਲ 18 ਸਾਲ ਦੀ ਕੁੜੀ ਨੂੰ ਕਹਿ ਕੇ 1000 ਰੁਪਏ ਦਊਗਾ, 17 ਸਾਲ ਦੀ ਨੂੰ ਕਿਉਂ ਨਹੀਂ ਦਿੱਤਾ ਬਈ? ਦਿੱਲੀ ਕਿਉਂ ਨਹੀਂ ਦਿੱਤਾ ਬਈ? ਕੀ ਕੀਤਾ ਦਿੱਲੀ 'ਚ? ਇੱਕ ਕੁੜੀ ਹੈ ਇਹਦੀ ਕੈਬਨਿਟ 'ਚ, ਇੱਕ ਪੰਜਾਬੀ ਹੈ ਇਹਦੀ ਕੈਬਨਿਟ 'ਚ। ਸ਼ੋਸ਼ੇਬਾਜ਼ ਬੰਦਾ, ਡਰਾਮੇਬਾਜ਼ ਬੰਦਾ, ਗੱਲਾਂ ਕਰਦਾ ਹੈ। 4 ਵਾਰ ਦਾ ਐਮਪੀ ਇਹਦੇ ਕੋਲ ਗਿਆ, ਕਹਿੰਦਾ ਇਲੈਕਸ਼ਨ ਨਹੀਂ ਲੜਾਉਣਾ, 4 ਕੰਪੇਨਾਂ ਕਰਦੀ। ਤੇਰੀ ਘਰ ਵਾਲੀ ਨੂੰ, ਇੱਕ ਵਾਲੀ ਨੂੰ ਲੜਾਵਾਂ ਕਿਉਂ? ਡਰਦਾ ਇਹ, ਸਮਝਦਾ?
ਇਹ ਮੁਖੌਟੇ ਲਾ ਕੇ ਪੰਜਾਬ ਦੇ ਵਿੱਚ ਨਹੀਂ ਆ ਸਕਦੇ ਤੁਸੀਂ। ਪੰਜਾਬ ਨੂੰ ਜਦੋਂ ਕੋਈ ਇੱਕ ਧਰਮ ਤੋਂ ਨੀਵਾਂ ਦੂਸਰੇ ਧਰਮ ਨੂੰ ਨੀਵਾਂ ਕਹਿੰਦਾ, ਪੰਜਾਬ ਪੁੱਠਾ ਚੱਲਦਾ ਉਹ ਤੋਂ, ਪੰਜਾਬੀਅਤ ਚ ਬੰਨਿਆ ਹੋਇਆ। ਇਹ ਸ਼ੋਸ਼ੇ ਨਹੀਂ ਚੱਲਣੇ। ਪੰਜਾਬ 'ਚ ਇੱਕ ਕੰਕਰੀਟ ਪਲਾਨ ਚੱਲੂਗਾ। ਇਹ ਕਿਹਾ ਗਿਆ ਕਿ ਸਰਕਾਰ ਤੁਹਾਡੇ ਕੋਲ ਆ, ਕੰਕਰੀਟ ਪਲਾਨ। ਤੁਹਾਨੂੰ ਕੀ ਲੱਗਦਾ ਜਿਹੜਾ ਤੁਸੀਂ ਕਹਿੰਦੇ ਹੋ ਘਰੇ ਬਿਠਾ ਦਿੱਤਾ ਗਿਆ, ਨਹੀਂ ਸੁਣਦੇ ਇਹ ਤੁਹਾਡੀਆਂ ਗੱਲਾਂ? ਮੇਰੀ ਗੱਲ ਨੂੰ ਸੁਣ, ਤੁਹਾਡਾ ਪੰਜਾਬ ਮਾਡਲ ਨਹੀਂ ਲਾਗੂ ਕਰਦੇ। ਮੇਰੀ ਗੱਲ ਸੁਣ, ਸੁਖਬੀਰ ਨੇ ਕਿਹਦੀ ਸੁਣੀ ਸੀ 10 ਸਾਲ? ਉਹ ਤਾਂ ਅਕਾਲੀ ਦਲ ਸੀ ਤੇ ਕਾਂਗਰਸ ਨੇ। ਕਾਂਗਰਸ ਤੇ ਅਕਾਲੀ ਦਲ 'ਚ ਕੀ ਫਰਕ ਹੈ? ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ, ਨੱਥਾ ਸਿੰਘ ਐਂਡ ਪ੍ਰੇਮ ਸਿੰਘ, ਵਨ ਐਂਡ ਦੀ ਸੇਮ ਥਿੰਗ। ਤੈਨੂੰ ਨਹੀਂ ਪਤਾ? ਮੈਂ ਹੁਣ ਕਹਿ ਰਿਹਾ। ਅੱਛਾ, ਹੁਣ ਪਿਛਲੇ 25 ਸਾਲਾਂ ਤੋਂ ਇਕੱਠੇ ਨੇ। 75-25 ਹੋਰ ਕੀ ਆ ਬਤਾਊਂ? ਬਿਜ਼ਨਸ ਇਕੱਠੇ, ਇੱਕ ਦੂਜੇ ਦੇ ਧੰਦੇ ਪ੍ਰੋਟੈਕਟ ਕਰਦੇ ਰਹੇ। ਸਿੱਧੂ ਲੜਦਾ ਰਿਹਾ। ਹੁਣ ਵੀ ਨਹੀਂ ਚੱਲਣਾ। ਹੁਣ ਨਹੀਂ ਹੋ ਰਿਹਾ। ਇਹ ਪੰਜਾਬ ਦੇ ਲੋਕ ਤੈਅ ਕਰਨਗੇ। ਹੋਊਗਾ 75-25 ਹੈਗਾ। ਮੈਂ ਕਹਿੰਦਾ ਇਹ ਪੰਜਾਬ ਦੇ ਲੋਕ ਤੈਅ ਕਰਨਗੇ ਇਲੈਕਸ਼ਨ 'ਚ। ਨਾ ਕਿਸੇ ਐਮਐਲਏ ਨੇ ਤੈਅ ਕਰਨਾ, ਨਾ ਤੈਅ ਕਰਨਾ, ਨਾ ਮੈਂ ਕਰਨਾ। ਪੰਜਾਬ ਦੇ ਲੋਕ ਵੋਟਾਂ ਪਾ ਕੇ ਠੋਕ ਦੇਣਗੇ, ਮੂਲੀ ਵਾਂਗੂ ਕੱਢ ਦੇਣਗੇ ਧਰਤੀ 'ਚ। ਕਿਹਨੂੰ? ਜਿਹੜਾ 75-25 ਹੈ। ਮੈਂ ਪੁੱਛ ਰਿਹਾ ਕੌਣ ਆ 75-25? ਭਾਈ ਉਹਨਾਂ ਨੂੰ ਪੁੱਛ। ਲੋਕਾਂ ਨੂੰ ਪਤਾ ਹੁੰਦਾ। ਗਿਆਨੀ ਦੀ ਚਾਹ ਦੀ ਦੁਕਾਨ ਤੇ ਬਹਿ ਜਾ, ਸਭ ਦੱਸ ਦੇਣਗੇ 20,000 ਇਹਨੇ ਲਿਆ, ਫਲਾਣੇ ਨੇ ਲਿਆ। ਮਹਿਲਾ ਸਸ਼ਕਤੀਕਰਨ ਦੀ ਗੱਲ ਕਰਨਾ ਮਿੱਤਰਾ। ਮੈਂ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਦੀ ਗੱਲ ਕਰਨਾ। ਹੈ ਕੋਈ ਜਵਾਬ ਇਹਨਾਂ ਕੋਲ? ਦਿੱਤਾ ਕਿਸੇ ਨੇ ਰੋਡ ਮੈਪ? ਫਲਾਣਾ ਐ ਫਲਾਣਾ ਆਉ ਭਰਮਾ ਦਿੰਦੇ ਨੇ, ਉਸਲਾ ਦਿੰਦੇ ਨੇ, ਭਟਕਾ ਦਿੰਦੇ ਨੇ। ਨੱਥਾ ਸਿੰਘ ਐਂਡ ਪ੍ਰੇਮ ਸਿੰਘ ਨੂੰ, ਨੱਥਾ ਸਿੰਘ ਆਰਾਂ ਨਾਲ ਤੁਹਾਡਾ ਵਿਰੋਧ ਆ, ਪ੍ਰੇਮ ਸਿੰਘ ਨੂੰ ਕੁਰਸੀ ਤੋਂ ਲਾਤਾ, ਨਵਾਂ ਸਭ ਕੁਝ ਤੁਸੀਂ ਢਾਂਚਾ ਖੜਾ ਕੀਤਾ ਜੀ, ਤੁਸੀਂ ਵੀ ਪ੍ਰਧਾਨ ਆ ਗਏ ਜੀ। ਅਜੇ ਵੀ ਸਾਰਾ ਕੁਝ ਹੋਵੇਂ ਤੇ ਕਿੰਨਾ ਕਿਉਂ ਭਾਈ? ਅਜੇ ਕਿਹਨੇ ਕਿਹਾ ਤੈਨੂੰ? ਮੇਰੇ ਮੂੰਹ ਸ਼ਬਦ ਪਾ ਰਿਹਾ? ਨਹੀਂ, ਮੈਂ ਕਿਹਾ ਅਜੇ ਵੀ ਇਹ ਚੀਜ਼ਾਂ ਹੋ ਰਹੀਆਂ ਨੇ ਭਾਈ। ਅਜੇ ਬਦਲ ਗਿਆ ਸਭ ਕੁਝ। ਨਵਾਂ ਪੰਜਾਬ ਹੈ, ਨਵੀਂ ਸੋਚ ਹੈ, ਆ ਰਹੇ ਨੇ ਏਜੰਡੇ। ਹੋਰ ਕੀ ਹੈ ਇਹ? 2 ਮਹੀਨੇ 'ਚ ਬਾਂਸ ਤੇ ਚੜ ਜੀ। ਹੋਰ ਆ ਨਹੀਂ ਰਿਹਾ ਹੈ ਮਹਿਲਾ ਸਸ਼ਕਤੀਕਰਨ? ਆ ਨਹੀਂ ਰਿਹਾ ਹੈ ਸਾਰਾ ਕੁਝ? ਆਏਗਾ। ਐ ਥੋੜਾ ਨਾ ਬਦਲਾਵ ਇੱਕ ਦਿਨ ਚ ਆ ਜਾਏ। ਤੁਸੀਂ ਜਿਵੇਂ ਕੇਬਲ ਵਾਲੀ ਬਹੁਤ ਸਾਰੀਆਂ ਗੱਲਾਂ ਕੀਤੀਆਂ, ਬਦਲ ਗਿਆ ਸਾਰਾ। ਮੇਰੀ ਇੱਕ ਗੱਲ ਨੂੰ ਸੁਣ, 1.5 ਮਹੀਨੇ ਦੇ ਵਿੱਚ ਕਿਹੜੀ ਕਾਰਪੋਰੇਸ਼ਨ ਬਣਾ ਦੇਗਾ ਤੂੰ? ਮਤਲਬ ਇਨਸਾਨ ਨੂੰ ਉਹ ਸੋਚਣਾ ਚਾਹੀਦਾ ਨਾ ਕਿ ਪ੍ਰੈਕਟੀਕਲੀ ਮੈਂ ਕੀ ਕਰ ਦੂੰਗਾ। ਏਜੰਡਾ ਰੱਖੋ, ਲੋਕਾਂ ਦੇ ਕੋਲ ਏਜੰਡੇ ਤੇ ਜਾਓ, ਗਾਲਾਂ ਕੱਢ ਕੇ ਨਾ ਜਾਓ, ਇਹਨੂੰ ਗਾਲ ਉਹਨੂੰ ਗਾਲ, ਉਹ ਤੇ ਨਾ ਜਾਓ। ਏਜੰਡਾ ਰੱਖੋ, ਫਿਰ ਲੋਕਾਂ ਨੂੰ ਦੇਖੋ ਵੀ ਲੋਕ ਮੰਨਦੇ ਆ ਕਿ ਨਹੀਂ ਮੰਨਦੇ। ਭਾਈ ਤੁਸੀਂ ਕੀ सम्मान ਦਿੱਤਾ ਉਸ ਔਰਤ ਨੂੰ ਜਿਹੜੀ ਸਵੇਰੇ ਚੂਲੇ ਤੋਂ ਲੈ ਕੇ ਘਰ ਵਾਲੇ ਨੂੰ ਤਿਆਰ ਕਰਨ ਤੋਂ ਲੈ ਕੇ ਬੱਚੇ ਪੜ੍ਹਾਉਣ ਤੋਂ ਲੈ ਕੇ ਹਰਾ ਕੰਮ ਕਰਦੀ ਹੈ? ਤੇ ਜੇ ਉਹਨੂੰ 8 ਸਿਲੰਡਰ ਦੇਤੇ ਕੀ ਹੈ? ਕਿਹਦੀ ਜੇਬ ਚੋਂ ਕੱਢ ਕੇ ਦਿੱਤੇ? ਮਾਫੀਆ ਦੀ ਜੇਬ ਚੋਂ ਕੱਢ ਕੇ ਦਿੱਤੇ। ਭਾਈ ਤੁਸੀਂ 1-1 ਲੱਖ ਕਰੋੜ ਅਨਾਉਂਸ ਕਰ ਦਿੰਦੇ ਹੋ ਕਰਜ਼ਾ ਮਾਫੀ। ਤੁਸੀਂ ਕਹਿ ਦਿੰਦੇ ਹੋ 26 ਲੱਖ ਨੌਕਰੀਆਂ ਦੇ ਦੂੰ। ਕਿੰਨੇ ਪੈਸੇ ਲੱਗਦੇ ਉਹਦੇ 'ਚ? ਤੇ ਇਹ ਦੇਖ ਇਹਦੇ 'ਚ ਕਿੰਨੇ ਪੈਸੇ ਲੱਗਦੇ ਆ? ਜਦੋਂ ਤੁਸੀਂ ਕੁਝ ਵੀ ਕਹਿੰਦੇ ਹੋ ਸਿੱਧੂ ਸਾਹਿਬ, ਇੱਕ ਗੱਲ ਹਮੇਸ਼ਾ ਕਹੀ ਜਾਂਦੀ ਹੈਗੀ, ਚਾਹੇ ਤੁਸੀਂ ਸੋਸ਼ਲ ਮੀਡੀਆ ਚੈੱਕ ਕਰ ਲਓ, ਅਖਬਾਰਾਂ 'ਚ ਲੋਕ ਬਿਆਨ ਦਿੰਦੇ ਆ ਕਿ ਜੀ ਤੁਹਾਡੀ ਤਾਂ ਸਰਕਾਰ ਆ। ਉਹ ਕਹੇ ਜਿਨ੍ਹਾਂ ਦੀ ਸਰਕਾਰ ਨਹੀਂ ਹੈ। ਮੈਂ ਤੈਨੂੰ ਇਹਦਾ ਜਵਾਬ ਦੇ ਚੁੱਕਿਆ ਵੀ ਤੁਹਾਡੇ ਕਿਹੜੀ ਸਰਕਾਰ? ਭਾਈ ਜੇ ਮੇਰੀ ਸਰਕਾਰ ਸੀ ਫਿਰ ਮੈਂ ਇਸ ਸਰਕਾਰ ਦੇ ਵਿੱਚ ਮੰਤਰੀ ਕਿਉਂ ਨਹੀਂ ਸੀ? ਕਿਉਂ ਛੱਡਿਆ? ਮੇਰੀ ਘਰ ਵਾਲੀ ਨੇ ਅਸਤੀਫਾ ਕਿਉਂ ਦਿੱਤਾ? ਮੇਰੇ ਮੁੰਡੇ ਨੇ ਅਸਤੀਫਾ ਕਿਉਂ ਦਿੱਤਾ? ਨਵਜੋਤ ਸਿੰਘ ਸਿੱਧੂ ਮੰਤਰੀ ਕਿਉਂ ਛੱਡ ਕੇ ਪਾਸੇ ਹੋ ਗਿਆ? ਇਸੇ ਮਾਫੀਆ ਨਾਲ ਲੜ ਰਿਹਾ ਸੀ, ਇਸੇ ਗੁਰੂ ਦੀ ਬੇਅਦਬੀ ਦੀ ਗੱਲ ਕਰਦਾ ਸੀ ਨਵਜੋਤ ਸਿੰਘ ਸਿੱਧੂ, 1000 ਰੁਪਏ ਟਰਾਲੀ ਦੀ ਗੱਲ ਕਰਦਾ ਸੀ ਨਵਜੋਤ ਸਿੱਧੂ, ਸ਼ਰਾਬ ਚੋਂ 30,000 ਰੁਪਏ ਕੱਢਣ ਦੀ ਗੱਲ ਕਰਦਾ ਸੀ ਨਵਜੋਤ ਸਿੰਘ ਸਿੱਧੂ। ਇਹੀ ਪੰਜਾਬ ਮਾਡਲ ਹੈ। ਹੋਇਆ ਕੁਛ ਇਹ? ਮੈਂ ਕਿਹਾ ਮੇਰੀ ਗੱਲ ਨੂੰ ਸੁਣ, ਹੋਏਗਾ। ਇਹੀ ਤੇ ਆਸ ਹੈ, ਨਹੀਂ ਤੇ ਅਸੀਂ ਚਲੇ ਨਾ ਜਾਂਦੇ। ਤੁਸੀਂ ਜਿਸ ਬੰਦੇ ਨੂੰ ਲਾਗੂ ਕਰਨ ਦੀ ਤਾਕਤ ਦਵੋਗੇ, ਇੱਕੋ ਹੀ ਬੰਦਾ ਹੈ ਮੁੱਖ ਮੰਤਰੀ, ਹੋਰ ਕੋਈ ਨਹੀਂ ਲਾਗੂ ਕਰ ਸਕਦਾ। ਮੈਂ ਤੁਹਾਨੂੰ ਅੱਜ ਲਿਖ ਕੇ ਲੈ ਲੈਣਾ ਮੇਰੇ ਤੋਂ। ਔਰ ਉਹ ਪੰਜਾਬ ਇਹ ਦੇਖੇ ਕਿ ਉਹਨਾਂ ਨੇ ਚੁਣਨਾ ਕਿਹਨੂੰ ਹੈ। ਇਹਦੇ 'ਚ ਤੁਹਾਡਾ ਕੀ ਤੇ ਮੇਰਾ ਕੀ ਤੇ ਕਿਸੇ ਹੋਰ ਦਾ ਕੀ? ਜਿਹਨੂੰ ਦੇਖੋ ਆਹ ਤੂੰ ਮੁੱਖ ਮੰਤਰੀ ਬਣਨਾ ਜਾਂ ਤੂੰ ਆਇਆ ਤਾਂ ਕਿਉਂ ਭਾਈ? ਪੰਜਾਬ ਦੇ ਲੋਕ ਬਣਾਉਣਗੇ, ਏਜੰਡੇ ਤੇ ਬਣਾਉਣਗੇ, ਵਿਸ਼ਵਸਨੀयता ਤੇ ਬਣਾਉਣਗੇ, ਮੋਰਲ ਅਥਾਰਟੀ ਤੇ ਬਣਾਉਣਗੇ, ਇਮਾਨਦਾਰੀ ਤੇ ਬਣਾਉਣਗੇ। ਹੈ ਕਿਸੇ ਕੋਲ ਨੈਤਿਕਤਾ ਦੀ ਤਾਕਤ? 100 ਦਿਨ ਮਨਾਇਆ ਤੁਹਾਡੀ ਸਰਕਾਰ ਨੇ, 100 ਦਿਨ 'ਚ ਨਹੀਂ ਹੋ ਸਕਦਾ ਸੀ? ਤੇ ਭਾਈ 100 ਦਿਨਾਂ ਦੇ ਵਿੱਚ ਫਰਕ ਦਿਖਦਾ ਨਹੀਂ? ਜੇ ਕੈਪਟਨ ਅਮਰਿੰਦਰ ਸਿੰਘ ਹੁੰਦਾ ਉਹਨੂੰ ਲਾਇਆ ਕਿਉਂ? 10 ਸੀਟਾਂ ਨਹੀਂ ਸੀ ਆਉਂਦੀਆਂ ਸਾਡੀਆਂ, ਕਿਉਂਕਿ ਲੋਕਾਂ ਨੂੰ ਪਤਾ ਹੀ ਰਬੜ ਦਾ ਗੁੱਡਾ ਇਹ ਆਪਦੀ ਜਾਨ ਬਚਾਉਣ ਨੂੰ ਬੈਠਾ ਹੈ। ਤੁਸੀਂ ਕਹਿ ਰਹੇ ਹੋ ਮਾਫੀ ਉਵੇਂ ਘੁੰਮ ਰਿਹਾ? ਮੈਂ ਕਿਹਾ ਕੌਣ ਕਹਿ ਰਿਹਾ? ਕਿਹਨੇ ਕਿਹਾ ਤੈਨੂੰ? ਮੈਂ ਤਾਂ ਨਹੀਂ ਕਿਹਾ। ਮੈਂ ਤਾਂ ਨਹੀਂ ਅਖਬਾਰਾਂ 'ਚ ਲੇਖ ਲਾਉਂਦਾ ਵੀ ਆ ਸੈਂਡ ਮਾਈਨਿੰਗ ਹੋ ਰਹੀ ਹੈ ਜੀ, ਫਲਾਨਾ ਹੋ ਰਿਹਾ, ਐਟਮ ਕਰਨਾ ਹੋ ਰਿਹਾ। ਜੋ ਹੋ ਰਿਹਾ ਉਹਨੂੰ ਰੋਕੀਏ, ਅੱਗੇ ਵਧੀਏ। ਇਹੀ ਹੈ ਨਾ, ਦ ਬਿਗੇਸਟ ਰੂਮ ਇਨ ਦਿਸ ਵਰਲਡ ਇਜ਼ ਦ ਰੂਮ ਫॉर ਇੰਪਰੂਵਮੈਂਟ। ਭਾਈ ਅਸੀਂ ਕੀ ਕਹਿ ਰਹੇ ਹਾਂ?
ਮੇਰਾ ਪੰਜਾਬ ਮਾਡਲ ਕੀ ਕਹਿ ਰਿਹਾ ਕਿ ਭਾਈ ਅਰਬਨ ਕੀ ਏਰੀਆ ਪੰਜਾਬ ਮਾਡਲ ਰਾਹੁਲ ਮੇਰੇ ਯਾਦ ਆ ਤੁਸੀਂ ਜਦੋਂ ਰਾਹੁਲ ਨੂੰ ਮਿਲੇ ਜਦੋਂ ਓਪਨਿੰਗ ਕਾਂਗਰਸ ਚ ਆਏ ਹੋ ਹਾਂਜੀ। ਮਨਪ੍ਰੀਤ ਬਾਦਲ ਵੀ ਜਦੋਂ ਆਏ ਨੇ ਪੀਪੀਪੀ ਲੈ ਕੇ ਉਹ ਕਹਿੰਦੇ ਸੀ ਮੈਂ ਇਸ ਕਰਕੇ ਸ਼ਾਮਲ ਹੋਇਆ ਅਸੀਂ ਕੋਈ ਟਰਾਂਸਫਾਰਮੇਸ਼ਨ ਚਾਹੁੰਦੇ ਤੇ ਹਾਂ ਭਾਈ ਮਨਪ੍ਰੀਤ ਮੇਰਾ ਸਵਾਲ ਸੁਣ ਲਓ ਤੁਸੀਂ ਵੀ ਜਦੋਂ ਆਏ ਤੁਸੀਂ ਕਿਹਾ ਨਵਜੋਤ ਸਿੰਘ ਸਿੱਧੂ ਐਵੇਂ ਨਹੀਂ ਆਇਆ ਤਾਂ ਕਿਸੇ ਇਹ ਕੀ ਮਾਡਲ ਪੰਜਾਬ ਮਾਡਲ ਲੈ ਕੇ ਰਾਹੁਲ ਗਾਂਧੀ ਕੋਲੇ ਸੋਨੀਆ ਗਾਂਧੀ ਕੋਲੇ ਜਾਇਆ ਨਹੀਂ ਜਾ ਸਕਦਾ ਸੀ ਇਹਨੂੰ ਲਾਗੂ ਕਰਵਾਓ ਪਹਿਲਾਂ ਮੇਰੀ ਗੱਲ ਨੂੰ ਸੁਣ ਤੈਨੂੰ ਕਿਵੇਂ ਪਤਾ ਮੈਂ ਨਹੀਂ ਗਿਆ ਜਦੋਂ ਮੈਂ ਆਇਆ ਸੀ 16 ਦਿਨ ਸੀ ਉਦੋਂ ਐਤਕੀ ਪਿਛਲੀ ਵਾਰ 16 ਦਿਨ ਸੀ ਏਜੰਡਾ ਲੈ ਕੇ ਆਇਆ ਸੀ ਇਹੀ ਏਜੰਡੇ ਤੇ ਖੜਾ ਸੀ ਦੇਖ ਕੱਢ ਪ੍ਰੈਸ ਕਾਨਫਰੰਸ ਆ ਬਿਲਕੁਲ ਨਾਮ ਲੈ ਕੇ ਕਿਹਾ ਕਿ ਨਹੀਂ ਕਿਹਾ ਮੈਨੂੰ ਪਤਾ ਫਿਰ ਪਤਾ ਨਾ ਫਿਰ ਇਸ ਕਰਕੇ ਉਦੋਂ ਵੀ ਇਹ ਜਿਹੜਾ ਮੈਨੀਫੈਸਟੋ ਹੈ 1000 ਪੇਜ ਦਾ ਪਤਾ ਨਹੀਂ ਕਿੰਨਿਆਂ ਦਾ ਇਹ ਮੈਂ ਨਹੀਂ ਬਣਾਇਆ ਸੀ ਜਿਹਨੇ ਬਣਾਇਆ ਪੁੱਛ ਮਨਪ੍ਰੀਤ ਨੇ ਬਣਾਇਆ ਸੀ ਫਿਰ ਤੂੰ ਪੁੱਛ ਜਵਾਬ ਦਿਓ ਚੱਲ ਅੱਗੇ ਚੱਲੀਏ ਅਗਲਾ ਸਵਾਲ ਕਰ ਨਹੀਂ ਮੈਂ ਹੀ ਕਹਿ ਰਿਹਾ ਹਾਂ ਕਿ ਤੁਸੀਂ ਲੈ ਕੇ ਗਏ ਫਿਰ ਗੜਬੜ ਕਿੱਥੇ ਹੈਗੀ ਉਹ ਭਾਈ 16 ਦਿਨ ਤੋਂ ਪਹਿਲਾਂ ਮੈਂ ਅਗਰ ਰਾਹੁਲ ਤੇ ਸੋਨੀਆ ਕਹਿਣ ਕੁਝ ਵੀ ਲਾਗੂ ਹੋ ਜੂ ਜੋ ਉਹ ਤੁਸੀਂ ਕਹਿ ਰਹੇ ਹੋ ਭਾਈ 16 ਦਿਨ ਪਹਿਲਾਂ ਆਇਆ ਸੀ ਮੈਂ ਨਹੀਂ ਹੁਣ ਔਰ ਉਦੋਂ ਪ੍ਰਸ਼ਾਂਤ ਕਿਸ਼ੋਰ ਮੇਰੇ ਕੋਲ 60 ਵਾਰ ਆਇਆ ਸੀ ਵੀ ਨਹੀਂ ਬਣਦੀ ਸਰਕਾਰ ਇਹਦੇ ਨਾਂ ਤੇ ਹੁਣ ਤਾਂ ਕੈਪਟਨ ਵੀ ਚਲਾ ਗਿਆ ਸੀ ਤੇ ਨਾ ਜੇ ਕੈਪਟਨ ਚਲਿਆ ਗਿਆ ਆ ਸਾਰਾ ਏਜੰਡਾ ਦੇਣ ਲੱਗੇ ਹੁਣ ਬੀਬੀਆਂ ਵਾਲੀ ਗੱਲ ਜਾਨੀ ਤੁਹਾਨੂੰ ਲੱਗਦਾ 2022 ਚ ਤੁਹਾਡੀ ਸਰਕਾਰ ਬਣੂਗੀ ਇਹ ਕਹਿ ਰਹੇ ਹੋ ਤੁਸੀਂ ਮੈਂ ਤੁਹਾਡੇ ਤੋਂ ਪੁੱਛ ਰਿਹਾ ਇੱਕ ਸਿੰਪਲ ਗੱਲ ਕਹਿ ਰਿਹਾ ਸਰਕਾਰ ਕਿਹਨੇ ਬਣਾਉਣੀ ਹੈ ਕਿਹਨੇ ਨਹੀਂ ਇਹ ਲੋਕ ਤੈਅ ਕਰਨਗੇ ਕਿਹਦੀ ਬਣਾਉਣੀ ਹੈ ਇਹ ਲੋਕ ਤੈਅ ਕਰਨਗੇ ਕਿਹਨੂੰ ਐਮਐਲਏ ਬਣਾਉਣਾ ਹੈ ਤੇ ਕਿਹਨੂੰ ਭਾਗ ਲਾਉਣੇ ਆ ਲੋਕ ਤੈਅ ਕਰਨਗੇ ਅਸੀਂ ਲੋਕਾਂ ਦੇ ਕੋਲ ਇੱਕ ਏਜੰਡਾ ਲੈ ਕੇ ਜਾਵਾਂਗੇ ਔਰ ਇਹ ਕਹਾਂਗੇ ਕਿ ਭਾਈ ਅਸੀਂ ਇੱਕ ਜਨਰੇਸ਼ਨ ਨੂੰ ਤਕੜਾ ਕਰਨਾ ਹੈ ਗ੍ਰਹਿਣੀਆਂ ਨੂੰ ਸਨਮਾਨ ਦੇਣਾ ਹੈ ਛੋਟੀਆਂ ਬੱਚੀਆਂ ਨੂੰ ਪੜ੍ਹਾਈ ਦਾ ਇਨਸੈਂਟਿਵ ਦੇਣਾ ਹੈ ਉਹਨਾਂ ਨੂੰ ਐਂਟਰਪ੍ਰੈਨਰ ਬਣਾਉਣਾ ਹੈ ਦੇ ਵਿਲ ਨਾਟ ਬੀ ਜੌਬ ਸੀਕਰਸ ਦੇ ਵਿਲ ਬੀ ਜੌਬ ਗਿਵਰਸ ਉਹਨਾਂ ਨੂੰ ਸਕਿੱਲ ਦੇਣੀ ਹੈ 23 ਡਿਸਟ੍ਰਿਕਾਂ ਦੇ ਵਿੱਚ ਸਕਿੱਲ ਡਿਵੈਲਪਮੈਂਟ ਦੇ ਸੈਂਟਰ ਖੋਲਾਂਗੇ ਔਰ ਸਕਿੱਲ ਡਿਵੈਲਪਮੈਂਟ ਨਹੀਂ ਜਿਹੜੀ ਪੈਸੇ ਜਮਾਉਣ ਦੇ ਸਾਧਨ ਨੇ 4000 ਦੀ ਨੌਕਰੀ ਨਹੀਂ ਦੇ ਸਕਦੇ ਚਾਹੇ ਉਹ ਐਮਬਰੋਇਡਰੀ ਹੋਵੇ ਚਾਹੇ ਉਹ ਭਾਈ ਰਸੋਈ ਦਾ ਸਮਾਨ ਜਿਹੜਾ ਦਿੰਦੇ ਆ ਖਾਣਾ ਬਣਾ ਕੇ ਦੇਣਾ ਹੋਵੇ ਚਾਹੇ ਉਹ ਸਟਿਚਿੰਗ ਹੋਵੇ ਕਿਸੇ ਵੀ ਤਰੀਕੇ ਦੀ ਸਕਿੱਲ ਜਦੋਂ ਉਹ ਕਲਾ ਹਾਸਲ ਕਰ ਲੂਗੀ ਫਿਰ ਉਹਨੂੰ ਉਸ ਤੋਂ ਬਾਅਦ 2 ਲੱਖ ਤੋਂ 16 ਲੱਖ ਦਾ ਲੋਨ ਇੰਟਰਸਟ ਫ੍ਰੀ ਦਿੱਤਾ ਜਾਏਗਾ ਇਹ ਤੈਨੂੰ ਲੱਗਦਾ ਫ੍ਰੀ ਵੀ ਹੈ ਬਿਲਕੁਲ ਨਹੀਂ ਹੈ ਇਹ ਇੱਕ ਜਨਰੇਸ਼ਨ ਨੂੰ ਤਗੜਾ ਕਰਨਾ ਹੈ ਇਹ ਸਨਮਾਨ ਦੇਣਾ ਹੈ 1.8% ਔਰਤਾਂ ਨੂੰ ਅੱਜ ਅਕਾਲੀ ਤੇ ਆਪ ਵੀ ਇਹੀ ਕਹਿੰਦੇ ਨੇ ਯਾਰ ਕੀ ਕਹਿੰਦੇ ਨੇ ਕੀ ਉਹਨਾਂ ਦਾ ਏਜੰਡਾ ਹੈ ਸਵਾ 1.8% ਔਰਤਾਂ ਨੂੰ ਅੱਜ ਪ੍ਰਾਪਰਟੀ ਦੇ ਰਾਈਟ ਨੇ ਟ੍ਰਾਂਸਫਰ ਹੋਏ ਉਹਨਾਂ ਨੂੰ ਜੇ ਕੋਈ ਬੰਦਾ ਆਪਦੀ ਕੁੜੀ ਦੇ ਨਾਮ ਪ੍ਰਾਪਰਟੀ ਟ੍ਰਾਂਸਫਰ ਕਰੇਗਾ ਫ੍ਰੀ ਹੋਏਗਾ ਕੋਈ ਰਜਿਸਟਰੀ ਫੀਸ ਨਹੀਂ ਹੈ ਕਮਾਂਡੋ ਬਟਾਲੀਅਨ ਹਰ ਪਿੰਡ ਦੇ ਵਿੱਚ 2 ਕੁੜੀਆਂ ਹੋਣਗੀਆਂ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ ਜਦ ਮਰਜ਼ੀ ਵੀ ਮੈਨੂੰ ਹਰਾਸਮੈਂਟ ਹੋ ਰਹੀ ਹੈ ਇਹੀ ਸ਼ਹਿਰ 'ਚ ਜਿਹੜੀ ਅਰਬਨ ਇੰਪਲੋਇਮੈਂਟ ਗਾਰੰਟੀ ਮਿਸ਼ਨ ਹੈ 33% ਰਿਜ਼ਰਵੇਸ਼ਨ ਮਹਿਲਾਵਾਂ ਦੇ ਨਾਮ ਮਨਰੇਗਾ ਦੇ ਵਿੱਚ ਖੇਤ ਮਜ਼ਦੂਰ ਜਿਹੜੀ ਘਰ ਦੀ ਧੀ ਭੈਣ ਖੇਤ 'ਚ ਵੜ ਗਈ ਚਾਹੇ ਟੋਕਾ ਕੀਤਾ ਚਾਹੇ ਕੁਛ ਕੀਤਾ ਚਾਹੇ ਬਰਸੀਨ ਵੱਢੀ ਹੱਥ ਵਟਾਉਂਦੀਆਂ ਔਰਤਾਂ ਹੀ ਨੇ ਉਹਨੂੰ 400 ਰੁਪਏ ਇਹ ਕੀਤਾ ਕਿਸੇ ਨੇ ਸੋਚਿਆ ਕਿਸੇ ਨੇ ਚੋਣਾਂ ਤੋਂ ਪਹਿਲਾਂ ਬਹੁਤ ਸਾਰੀਆਂ ਪਾਰਟੀਆਂ ਇਸ ਤਰ੍ਹਾਂ ਦੀਆਂ ਵਧੀਆ ਗੱਲਾਂ ਇਸ ਦੇਸ਼ 'ਚ ਮੇਰੀ ਗੱਲ ਨੂੰ ਸੁਣ ਚੋਣਾਂ ਤਾਂ ਕਰਦੀਆਂ ਰਹੀਆਂ ਚੋਣਾਂ ਤੋਂ ਪਹਿਲਾਂ 13 ਤੋਲਣ ਵਾਲਾ ਪੰਜਾਬ ਮਾਡਲ ਨਹੀਂ ਕਿਸੇ ਨੇ ਲਿਆਂਦਾ 2000 ਵਾਅਦੇ ਹੋ ਜਾਂਦੇ ਆ ਪੂਰਾ ਇੱਕ ਨਹੀਂ ਹੁੰਦਾ ਸਿੱਧੂ ਦੀ ਜ਼ੁਬਾਨ ਚੋਂ ਨਿਕਲਿਆ ਇੱਕ ਸ਼ਬਦ 10 ਪੂਰਾ ਨਾ ਹੋਇਆ ਹੋਵੇ 10 ਮੈਂ ਕਹਿ ਰਿਹਾਗਾ ਕਿ ਮੈਂ ਕਿਹਾ ਵਚਨਬੱਧਤਾ ਇਹਨੂੰ ਮੈਂ ਚਲੋ ਐਂ ਪੁੱਛ ਲੈਣਾ ਪੰਜਾਬ ਮਾਡਲ ਲਿਆਏ ਇਹਨੂੰ ਲਾਗੂ ਕਿਵੇਂ ਕਰੋ ਮੈਂ ਕਿਹਾ ਲਾਗੂ ਬੜੇ ਸਿੰਪਲ ਹੈ ਮੈਨੀਫੈਸਟੋ ਆਊਗਾ ਜੇ ਕੱਲ ਨੂੰ ਕੋਈ ਹੋਰ ਸੀਐਮ ਹੋਵੇ ਮੈਂ ਪੁੱਛਦਾ ਉਹ ਕਹੇ ਜਿਹੜਾ ਤੁਸੀਂ ਹੁਣ ਕਹਿ ਰਹੇ ਹੋ ਕਿ ਤੁਹਾਡੇ ਹੱਥ ਤਾਂ ਇੰਨੀ ਕੀ ਪਾਵਰ ਆ ਤੁਸੀਂ ਪ੍ਰਧਾਨ ਹੋਗੇ ਕੱਲ ਨੂੰ ਕੋਈ ਹੋਰ ਸੀਐਮ ਆਵੇ ਤੁਹਾਡਾ ਪੰਜਾਬ ਮਾਡਲ ਲਾਗੂ ਨਾ ਕਰ ਰਿਹਾ ਹੋਵੇ ਤੇ ਫਿਰ ਭਾਈ ਫਿਰ ਉਹ ਰਿਸਪੌਂਸਿਬਿਲਟੀ ਉਹਦੀ ਹੈ ਰਾਹ ਦੱਸੂ ਐਦਾਂ ਪੂਰਾ ਹੋਊ ਬਜਟਰੀ ਐਲੋਕੇਸ਼ਨ ਦੱਸੂ ਨੀਤੀ ਦੱਸੂ ਕੋਈ ਸੁਰਲੀ ਨਹੀਂ ਛੱਡੂ ਝੂਠ ਨਹੀਂ ਵੇਚੂ ਸ਼ੋਸ਼ਾ ਨਹੀਂ ਛੱਡੂ ਜੁਗਾੜ ਨਹੀਂ ਲਾਊਂ ਸਕੀਮ ਨਹੀਂ ਲਾ ਕੇ ਛੱਡ ਦੂੰ ਮੈਂ ਪੱਲੇ ਹੀ ਕੁਛ ਨਾ ਹੋਵੇ ਬਜਟ ਹਾਈ ਕਮਾਂਡ ਨੇ ਦੇਤਾ ਕਿ ਕੋਈ ਵੀ ਹੋਊਗਾ ਕੁਰਸੀ ਤੇ ਕਰਾਵਾਂਗੇ ਹਾਈ ਕਮਾਂਡ ਦੀ ਗੱਲ ਤੈਨੂੰ ਦੱਸਾਂਗੇ ਮੈਂ ਇਹ ਕਹਿ ਰਿਹਾ ਕਿਉਂਕਿ ਦੇਖੋ ਕੈਪਟਨ ਆਏ ਤੁਸੀਂ ਕਿਆ ਕਰ ਨਹੀਂ ਰਹੇ ਭਾਈ ਹੁਣ ਵੀ ਤੁਹਾਡੇ ਬਹੁਤ ਸਾਰੇ ਗਿਲੇ ਸ਼ਿਕਵੇ ਰਹਿੰਦੇ ਨੇ ਸੀਐਮ ਚੰਨੀ ਦੇ ਨਾਲ ਬਿਲਕੁਲ ਕੋਈ ਨਹੀਂ ਤੈਨੂੰ ਕਿੱਦਾਂ ਪਤਾ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਦੇਖੋ ਤੁਹਾਡੇ ਓਪੀਨੀਅਨ ਅਲੱਗ ਨੇ ਤੁਹਾਡੇ ਭਾਈ ਓਪੀਨੀਅਨ ਲੱਗ ਤੇ ਡੈਮੋਕ੍ਰੇਸੀ ਦੇ ਵਿੱਚ ਇਹ ਤਾਂ ਚੌਪਰ ਚੀਜ਼ ਲਾਗੂ ਹੁੰਦੀਆਂ ਤੁਹਾਨੂੰ ਲੱਗਦਾ ਇਹ ਹੋਣੀਆਂ ਚਾਹੀਦੀਆਂ ਨੇ ਭਾਈ ਮੈਂ ਸਿੱਧੀ ਜੀ ਗੱਲ ਕਹਿਣਾ ਨਹੀਂ ਤਾਂ ਤੁਸੀਂ ਪੰਜਾਬ ਮਾਡਲ ਦੇ ਹੀ ਉਹਨਾਂ ਨੂੰ ਦੇਣਾ ਸੀ ਲਾਗੂ ਕਰ ਦੇਣਾ ਸੀ ਮੇਰੀ ਗੱਲ ਨੂੰ ਸੁਣ ਸਿੰਪਲ ਜੀ ਗੱਲ ਹੈ ਬੜੀ ਸਿੰਪਲ ਜੀ ਗੱਲ ਹੈ ਹੁਣ ਵੀ ਕਾਂਗਰਸ ਵੱਲੋਂ ਹੀ ਆਏਗਾ ਮੈਂ ਤੇ ਇੱਕ ਪੰਜਾਬ ਮਾਡਲ ਦੇ ਰਿਹਾ ਐਜ਼ ਅਧਿਆਕਸ਼ ਦੇ ਰਿਹਾ ਪਰਮਿਸ਼ਨ ਲੈ ਕੇ ਦੇ ਰਿਹਾ ਨਾ ਠੀਕ ਹੈ ਕਿ ਨਹੀਂ ਮੈਂ ਅਧਿਆਕਸ਼ ਹਾਂ ਕਾਂਗਰਸ ਦਾ ਠੀਕ ਕੋਈ ਕਾਂਗਰਸੀ ਹੋਵੇ ਕੋਈ ਹੋਰ ਬੰਦਾ ਹੋਵੇ ਮੇਰੇ ਖਿਲਾਫ ਬੋਲ ਲਵੇ ਮੈਂ ਬੋਲਦਾ ਉਹਦੇ ਖਿਲਾਫ ਮੈਨੂੰ ਜ਼ਰੂਰਤ ਹੀ ਨਹੀਂ ਮੇਰਾ ਕੰਮ ਬੋਲਦਾ
ਜਦੋਂ ਕ੍ਰਿਕਟ ਖੇਡਦੇ ਹੁੰਦੇ ਉਦੋਂ ਕਹਿੰਦੇ ਸਿੱਧੂ ਸਾਹਿਬ ਤੂੰ ਬੋਲਦਾ ਨਹੀਂ। ਮੈਂ ਕਿਹਾ ਮੇਰਾ ਛਿੱਕਾ ਬੋਲਦਾ ਹੈ। ਸਵਾਲ ਇਹ ਹੈ ਇਹ ਤੁਹਾਡੇ ਮੰਤਰੀਆਂ ਤੱਕ ਨੇ ਇਤਰਾਜ਼ ਤਾਂ ਸਾਡੀ ਕਨਸਟੀਟਿਊਐਂਸੀ 'ਚ ਜਾ ਕੇ ਕਿਉਂ ਬੋਲੇ। ਰਾਣਾ ਗੁਰਜੀਤ ਨੇ ਕਿਹਾ ਨਹੀਂ ਬੋਲਣਾ ਚਾਹੀਦਾ, ਸਿੱਧੂ ਪ੍ਰਧਾਨ ਨੇ, ਪ੍ਰਧਾਨ ਨੂੰ ਇਹ ਨਹੀਂ ਬੋਲਣਾ ਚਾਹੀਦਾ। ਮੇਰੀ ਟਿਕਟ ਮੇਰੇ ਬਾਰੇ ਕਿਹਾ ਜਾ ਰਿਹਾ ਹਾਰ ਜਾਣਗੇ। ਤੇ ਫਿਰ ਮੈਂ ਬੋਲਿਆ? ਮੈਂ ਤਾਂ ਕੁਝ ਨਹੀਂ ਕਿਹਾ। ਕਿ ਤੁਸੀਂ ਪਹਿਲਾਂ ਬੋਲ ਕੇ ਆਏ ਤੇ ਮੈਂ ਕਹਿੰਦਾ ਮੇਰਾ ਇਹ ਜਵਾਬ ਦੇਣ ਦਾ ਮੇਰਾ ਕੋਈ ਫਰਜ਼ ਹੀ ਹੈ ਨਹੀਂ। ਕਿਉਂ ਦੇਵਾਂ ਮੈਂ? ਤੁਸੀਂ ਇਹ ਵੀ ਬੋਲਿਆ ਕਿ ਜੇ ਗ੍ਰਹਿ ਮੰਤਰੀ ਮੈਂ ਹੁੰਦਾ ਇਹ ਕਾਰਵਾਈ ਕਦੋਂ ਦੀ ਹੋ ਜਾਂਦੀ। ਮੈਂ ਤੇ ਬੜੀ ਦੇਰ ਪਹਿਲਾਂ ਤਾਂ ਬੋਲਿਆ ਸੀਗਾ, ਪਿਛਲੇ ਜਦੋਂ ਕੈਪਟਨ ਵੇਲੇ ਸੀ ਉਦੋਂ ਬੋਲਿਆ ਸੀ, ਬਾਬਾ ਬਕਾਲੇ ਵਾਲੀ ਰੈਲੀ 'ਚ ਬੋਲਿਆ ਸੀ। ਪਰ ਹੁਣ ਵਾਲੇ ਤੇ ਉਹਨੂੰ ਵੀ ਕੁਐਸਚਨ ਕੀਤਾ। ਹੁਣ ਵਾਲੇ ਗ੍ਰਹਿ ਮੰਤਰੀ ਨੂੰ ਇਤਰਾਜ਼ ਹੈ ਇਸ ਗੱਲ ਦੇ ਉੱਤੇ। ਹੋਵੇ ਫਿਰ ਮੈਂ ਕੀ ਕਰਾਂ? ਹੋਵੇ ਜਿੰਨੇ ਮਰਜ਼ੀ ਇਤਰਾਜ਼, ਜਿਹਨੂੰ ਮਰਜ਼ੀ ਹੋਣ, ਮੈਂ ਤਾਂ ਨਹੀਂ ਉਹਨਾਂ ਕੋਈ ਇਤਰਾਜ਼ ਕੀਤਾ। ਜੇ ਉਹਨਾਂ ਨੇ ਕਿਹਾ ਕਿ ਸਿੱਧੂ ਦਾ ਕੋਈ ਹੱਕ ਨਹੀਂ ਬਣਦਾ ਫਿਰ ਕਹੇ ਕੋਠੇ ਤੇ ਚੜ ਕੇ ਕਹਿ ਸਕਦੇ ਆ, ਫਿਰ ਕੀ ਕਹਾਂ? ਮੈਂ ਤਾਂ ਨਹੀਂ ਜਵਾਬ ਦਿੰਦਾ। ਪੰਜਾਬ ਦੇ ਏਜੰਡੇ ਦੀ ਗੱਲ, ਲੜਾਈ ਕਿਹਦੇ ਨਾਲ ਆ ਗਈ? ਲੜਾਈ ਨਾਲ ਜਾਂ ਅਕਾਲੀਆਂ? ਲੜਾਈ ਕਿਸੇ ਨਾਲ ਨਹੀਂ। ਇੱਕ ਬਿਹਤਰੀਨ ਏਜੰਡਾ ਦੇਣ ਦੇ ਲਈ ਲੜਾਈ ਹੈ। ਸਭ ਤੋਂ ਬਿਹਤਰ ਪ੍ਰੋਜੈਕਸ਼ਨ ਦੇਣ ਲਈ ਕਾਂਗਰਸ ਨੂੰ ਲੜਾਈ ਹੈ। ਲੋਕਾਂ ਦੀ ਜ਼ਿੰਦਗੀ ਬਦਲਣ ਦੀ ਲੜਾਈ ਹੈ। ਮਾਫੀਆ ਖਤਮ ਕਰਨ ਦੀ ਲੜਾਈ ਹੈ। ਮਾਫੀਆ ਦੀ ਜੇਬ ਚੋਂ ਇਹ ਚੋਰੀ ਮੋਰੀ ਕੱਢ ਕੇ ਸਟੇਟ ਦੇ ਖਜ਼ਾਨੇ 'ਚ ਪਾਉਣ ਦੀ ਲੜਾਈ ਹੈ। 20,000 ਕਰੋੜ ਰੁਪਈਆ ਸ਼ਰਾਬ ਚੋਂ ਕੱਢਣ ਦੀ ਲੜਾਈ ਹੈ। 2,000 ਕਰੋੜ ਰੁਪਈਆ ਸੈਂਡ ਚੋਂ ਕੱਢਣ ਦੀ ਲੜਾਈ ਹੈ। ਜਿਹੜੇ ਝੂਠ ਵੇਚ ਕੇ ਇਲੈਕਸ਼ਨਾਂ ਲੜਦੇ ਆ ਉਹਨਾਂ ਦਾ ਪਰਦਾ ਫਾਸ਼ ਕਰਨ ਦੀ ਲੜਾਈ ਹੈ। ਇੱਕ ਏਜੰਡਾ ਦੇਣ ਦੀ ਲੜਾਈ ਹੈ। ਨੰਬਰ 1, ਨੰਬਰ 2, ਨੰਬਰ 3 ਕੌਣ ਹੈਗਾ ਕਾਂਗਰਸ? ਜੇ ਮੈਂ ਪੁੱਛਾਂ ਇਲੈਕਸ਼ਨ ਆ ਤੁਹਾਡੇ ਸਾਹਮਣੇ, ਪਾਰਟੀਆਂ ਨੇ, ਕਿਹਨੂੰ ਦੇਖਦੇ ਹੋਗੇ ਤੁਹਾਡੇ ਸਾਹਮਣੇ? ਕਿਸੇ ਕਿਹਨੂੰ ਦੇਖ ਰਹੇ ਹੋਗੇ ਕਿ ਇਲੈਕਟੋਰਲ ਲੜਾਈ ਕਿਹਦੇ ਨਾਲ ਹੋ ਰਹੀ ਹੈ ਤੁਹਾਡੀ? ਪੰਜਾਬ ਦੇ ਲੋਕ ਤੈਅ ਕਰਨਗੇ। ਅਸੀਂ ਨੰਬਰ 1 ਆ ਕਿਉਂਕਿ ਅਸੀਂ 4 ਇਲੈਕਸ਼ਨ ਜਿੱਤੇ ਆ, ਲੋਕ ਸਭਾ ਜਿੱਤੇ ਆ, 78 ਸੀਟਾਂ ਜਿੱਤੇ ਆ, ਮੁੱਖ ਮੰਤਰੀ ਸਾਡਾ ਬੀਜੇਪੀ ਦਾ ਰਬੜ ਦਾ ਗੁੱਡਾ ਬਣ ਗਿਆ। ਇਹੀ ਬਦਕਿਸਮਤੀ ਸੀ। ਲੋਕ ਇਸ ਗੱਲ ਨੂੰ ਰਿਅਲਾਈਜ਼ ਕਰਦੇ ਆ। ਕੈਪਟਨ ਅਮਰਿੰਦਰ ਸਿੰਘ ਦਾ ਫਿਊਚਰ ਕਿਵੇਂ ਦੇਖਦੇ ਹੋ ਤੁਸੀਂ? ਉਹਨੂੰ ਪਤਾ ਹੋਊਗਾ। ਚੱਲਿਆ ਕਾਰਤੂਸ ਆ ਮੇਰੇ ਹਿਸਾਬ ਦੇ ਨਾਲ, ਫੁੱਸ ਪਟਾਕਾ, ਅੱਗੇ ਚੱਲ। ਬੀਜੇਪੀ ਜਿਤਨਾ ਜੁਤਨਾ ਹੈ ਨਹੀਂ, ਖਲਲ ਪਾਉਣ ਆਈ ਹੈ, ਗੰਦ ਪਾਉਣ ਆਈ ਹੈ। ਕਿਤੇ ਬੇਅਦਬੀ ਕਰਾਤੀ, ਕਿਤੇ ਕੁਛ ਕਰਾਤਾ, ਉਹੀ ਧੂੜ 'ਚ ਟੱਟੂ ਉਡਾਤਾ। ਹਾਂਜੀ, ਮਤਲਬ ਹੋਰ ਕੁਝ ਨਹੀਂ। ਜਿਵੇਂ ਤਿੰਨੇ ਆ ਰਹੇ ਨਾ ਸੇਮ ਪੇਜ ਦੇ ਉੱਤੇ, ਕੈਪਟਨ, ਢੀਂਡਸਾ ਤੇ ਬੀਜੇਪੀ। ਤੇ ਕਿਸੇ ਨੂੰ ਸ਼ੱਕ ਹੀ ਹੈ ਨਹੀਂ ਵੀ ਜੇ ਇਹਨੂੰ ਵੋਟ ਪਾਉਂਗੇ ਤੇ ਉਧਰ ਪਹੁੰਚੂਗੀ, ਉਹਨੂੰ ਵੋਟ ਪਾਉਂਗੇ ਤੇ ਉਧਰ ਪਹੁੰਚੂਗੀ, ਤੇ ਅਕਾਲੀ ਦਲ ਨਾਲ ਹੈ। ਕਿਸਾਨਾਂ ਦੀ ਇੱਕ ਚਰਚਾ ਚੱਲ ਰਹੀ ਹੈ ਕਿ ਕਿਸਾਨ ਮਿਰਾਜਾਲ ਨੇ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਨਾਲ ਅਸੀਂ ਹੁਣ ਤੂੰ ਚੰਗਾ ਜਾ ਸਵਾਲ ਸਕਦੇ ਹਾਂ। ਮੈਂ ਚਲੋ ਚੰਗਾ ਕੀ ਹੈ ਮਾੜਾ ਕੀ ਹੈਗਾ ਚੰਗਾ ਸਵਾਲ, ਉਹ ਵੀ ਜਨਤਾ ਡਿਸਾਈਡ ਕਰਦੀ ਹੈ। ਮੈਂ ਪੁੱਛ ਰਿਹਾ, ਮੈਂ ਕਹਿੰਦਾ ਕਿ ਅਗਰ ਕਿਸਾਨੀ ਨੂੰ ਉਭਾਰਨਾ ਹੈ ਤੇ ਕੋਈ ਏਜੰਡਾ ਦਿੱਤਾ ਅਜੇ ਤੱਕ ਕਿਸੇ ਨੇ? ਹੱਕ ਕਮੇਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ 4-4 ਘੰਟੇ ਬੈਠ ਕੇ 4 ਮੰਤਰੀਆਂ ਦੇ ਨਾਲ ਸੁਝਾਅ ਦੇ ਕੇ ਆਇਆ ਸੀ। ਅੱਜ ਵੀ ਉਹਦੇ ਤੇ ਧੂੜ ਚੜ ਰਹੀ ਹੈ। ਫਿਰ ਇਕੱਲੇ ਨੇ ਖੜ ਕੇ ਆਪ ਏਜੰਡਾ ਦਿੱਤਾ? ਕਿਸੇ ਨੇ ਅੱਜ ਤੱਕ ਪ੍ਰੋਡਕਟਿਵਿਟੀ ਦਾ ਕੋਈ ਰੋਡ ਮੈਪ ਦਿੱਤਾ ਹੈ? ਕਿਸੇ ਨੇ ਕਿਹਾ ਭਾਈ ਕੋਲਡ ਸਟੋਰੇਜ ਬਣਾਉਣੇ ਚਾਹੀਦੇ ਹੈ? ਕਿਸੇ ਨੇ ਕਿਸੇ ਨੇ ਕਿਹਾ ਕਿ ਭਾਈ ਝੋਨੇ ਤੋਂ ਡਾਈਵਰਸੀਫਾਈ ਹੋ? ਕਿਸੇ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ FCI ਨੂੰ ਮਾਰ ਰਹੇ ਆ? ਕਿਸੇ ਨੇ ਕਿਹਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਆ ਗਿਆ? ਕਿਸੇ ਨੇ ਕਿਹਾ ਕਿ ਭਾਈ ਸਾਨੂੰ ਕੋਆਪਰੇਟਿਵ ਬਣਾਉਣ ਦੀ ਲੋੜ ਹੈ? ਕੋਈ ਬੰਦਾ ਇਹੋ ਜਿਹਾ ਸੀ ਜਿਹਨੇ ਕਿਹਾ ਦਾਲਾਂ ਤੇ ਆਇਲ ਸੀਡਸ ਦੇ ਉੱਤੇ MSP ਦੇਗੀ ਪੰਜਾਬ ਗਵਰਨਮੈਂਟ? ਕੋਈ ਬੰਦਾ ਸੀ ਜਿਹਨੇ ਕਿਹਾ ਹੋਵੇ ਝੋਨੇ ਦਾ 1 ਕਿਲੋ ਲਾਉਂਦੇ ਹੋ ਤੇ 5000 ਲੀਟਰ ਪਾਣੀ ਪੈਂਦਾ? ਤੁਸੀਂ ਕਈ SVL ਬਾਹਰ ਐਕਸਪੋਰਟ ਕਰਤੀਆਂ। ਤੁਸੀਂ 70 ਤੋਂ 75 ਹਜ਼ਾਰ ਕਰੋੜ ਰੁਪਏ ਦੇ ਆਇਲ ਸੀਡਸ ਇੰਪੋਰਟ ਕਰਦੇ ਹੋ, ਉਹਨਾਂ ਦਾ ਤੇਲ ਇੰਪੋਰਟ ਕਰਦੇ ਹੋ, ਖਾਣ ਦੇ ਤੇਲਾਂ ਦਾ। ਤੇ ਭਾਈ 1 ਲੱਖ ਕਰੋੜ ਦੀਆਂ ਦਾਲਾਂ ਇੰਪੋਰਟ ਕਰਦੇ ਹੋ। ਤੇ ਭਾਈ ਜਿੰਨੇ ਪੈਸੇ ਉਹ ਪਾਸੇ ਰੱਖ ਕੇ ਉਹ ਤੁਸੀਂ ਜ਼ੋਨ ਬਣਾ ਕੇ ਕਿਸਾਨਾਂ ਨੂੰ ਦੋ, ਪਾਣੀ ਬਚੂ, ਝੋਨੇ ਤੋਂ ਡਾਈਵਰਸੀਫਿਕੇਸ਼ਨ ਹੋਊ। ਕਿਸੇ ਨੇ ਕਿਹਾ ਕਿ ਭਾਈ ਜਿਹੜੀ ਪ੍ਰੋਸੈਸਿੰਗ ਦੀ ਇੰਡਸਟਰੀ ਹੈ ਉਹ ਬਿਰਲੇ ਟਾਟਿਆਂ ਦੀ ਕਿਉਂ ਹੈ? ਉਹ ਕਿਸਾਨਾਂ ਦੀ ਕਿਉਂ ਨਾ ਹੋਵੇ? ਉਹ ਮੌਲਾਂ ਦੇ ਵਿੱਚ ਜਿਹੜੇ ਇਹ ਹੁੰਦੇ ਆ ਫਾਰਮ ਫਰੈਸ਼, ਫਲਾਨਾ ਫਰੈਸ਼, ਪੰਜਾਬ ਫਾਰਮਰਸ ਫਰੈਸ਼ ਕਿਉਂ ਨਾ ਹੋਵੇ? ਉਹਨਾਂ ਕੋਲ ਕੋਲਡ ਸਟੋਰੇਜ ਕਿਉਂ ਨਾ ਹੋਣ? ਉਹਨਾਂ ਦਾ 3 ਰੁਪਏ ਦਾ ਟਮਾਟਰ ਸ਼ਾਮ ਨੂੰ 25 ਦਾ ਵਿਕਦਾ, ਫਿਰ ਜੇ ਉਹਨੇ 6 ਮਹੀਨੇ ਬਾਅਦ ਲੈਣਾ ਉਹਨੂੰ 60 ਰੁਪਏ ਦਾ ਮਿਲਦਾ। ਕਰਦੀਆਂ ਕੋਈ ਨਹੀਂ ਸਰਕਾਰਾਂ, ਤੁਹਾਡੀ ਤਾਂ ਸਰਕਾਰ ਆ ਪੰਜਾਬ 'ਚ। ਕਰੂਗੀ ਤਾਂ ਜੇ ਨੰਗੀ ਹੋਊ। ਕਰਦੀਆਂ ਤਾਂ ਰੇਤਾ ਚੋਰੀ ਨੇ, ਕਰਦੀਆਂ ਤਾਂ ਸ਼ਰਾਬ ਚੋਰੀ ਨੇ, ਵੇਚਦੀਆਂ ਤਾਂ 200 ਰੁਪਏ ਦੀ ਸ਼ਰਾਬ 2000 'ਚ ਨੇ। ਤੇ ਪੈਸੇ ਕਿੱਥੇ ਜਾਂਦੇ ਆ? 1,40,000 ਕਰੋੜ ਰੁਪਏ ਦਾ ਕਰਜ਼ਾ ਹੈ, 1,40,000 ਕਰੋੜ ਰੁਪਏ ਦੇ ਖਰਚੇ ਨੇ। ਸੌਰੀ 75,000 ਕਰੋੜ ਰੁਪਈਆ ਅਸੀਂ ਮੰਗ ਕੇ ਖਾਂਦੇ ਆ, 25,000 ਕਰੋੜ ਰੁਪਈਆ ਉਹਦੇ 'ਤੇ ਸੂਦ ਹੈ, 18,000 ਕਰੋੜ GST ਦੀ ਕੰਪਨਸੇਸ਼ਨ ਵੱਧ ਹੋ ਜਾਣੀ ਅਗਲੀ ਜੂਨ। ਠੀਕ ਹੈ, ਜਿਹੜਾ 10 ਰੁਪਏ ਡੀਜ਼ਲ ਘਟਾਇਆ ਸਟੇਟ ਦੇ ਐਕਸਚੇਕਰ ਦੇ ਉੱਤੇ 7,000 ਕਰੋੜ ਦਾ ਇਹ ਤੇ ਬੋਝ ਪਊ। ਬਿਜਲੀ ਜਿਹੜੀ ਦਿੱਤੀ ਹੈ
4800 ਕਰੋੜ ਰੁਪਈਆ। ਭਾਈ 14000 ਕਰੋੜ ਰੁਪਏ ਦੀ ਸਬਸਿਡੀ ਦਿੰਦੇ ਅਸੀਂ ਬਿਜਲੀ ਦੀ। ਕੇਜਰੀਵਾਲ 1500 ਕਰੋੜ ਨਹੀਂ ਦਿੰਦਾ। 4 ਖੇਤ ਨਹੀਂ ਇਹਦੇ ਕੋਲ। ਕਿਹੜੀ ਖੇਤੀ ਦੀ ਪਾਲਿਸੀ ਹੈ? 33000 ਕਰੋੜ ਰੁਪਈਆ ਸੈਂਟਰ ਦੀ ਸਰਕਾਰ ਦਿੱਲੀ ਤੇ ਖਰਚਦੀ ਹੈ। 9000 ਕਰੋੜ ਰੁਪਈਆ ਪੁਲਿਸ ਦਾ, 7000 ਕਰੋੜ NDMC ਦਾ, 3000 ਕਰੋੜ ਯੂਨੀਵਰਸਿਟੀਆਂ ਦਾ। ਸਾਡਾ ਚੀਫ ਮਿਨਿਸਟਰ ਜਾ ਕੇ 100 ਕਰੋੜ ਰੁਪਈਆ ਦਿੰਦਾ ਫਿਰਦਾ ਯੂਨੀਵਰਸਿਟੀਆਂ 'ਚ। ਹੈ ਕਿਤੇ ਇਹਦੇ ਕੋਲ? ਇਹ ਬੈਠਾ ਚੈੱਕ ਕੱਟੀ ਜਾਂਦਾ। 2002 ਦੇ ਵਿੱਚ ਸਰਪਲਸ ਸਟੇਟ ਦੇ ਗਈ ਸੀ। ਸਾਡੀ ਪਰਾਲੀ ਨਿੰਦਦਾ। ਪਰਾਲੀ ਨਿੰਦਣ ਦਾ ਕਾਰਨ ਕੀ ਹੈ? 45 ਲੱਖ ਸਵਾਰੀ ਸੀ CNG ਦੇ ਵਿੱਚ, ਜਿਹੜੀ ਸ਼ੀਲਾ ਦੀਕਸ਼ਿਤ ਜੀ ਨੇ ਦਿੱਤੀ ਸੀ। ਅੱਜ 25 ਲੱਖ ਰਹਿ ਗਈ ਹੈ ਨਾ ਯਾਰ। ਅੱਜ 25 ਲੱਖ ਰਹਿ ਗਈ। 3.5 ਫੇਜ਼ ਕੰਪਲੀਟ ਕਰ ਗਈ ਸੀ ਸ਼ੀਲਾ ਦੀਕਸ਼ਿਤ। ਇਹ ਤੋਂ 4 ਨਹੀਂ ਹੋਏ। 2 ਤੋਂ ਗ੍ਰੀਨ ਕਵਰ 22% ਕਰ ਗਈ ਸੀ। ਇਹ ਤੋਂ 23% ਨਹੀਂ ਹੋਇਆ। ਮਾਸਟਰ ਪੱਕੇ ਕਰ ਦੂੰਗਾ, ਥੱਲੇ ਲਾ ਦੂੰ। 22000 ਮਾਸਟਰ ਦੇ ਵਿੱਚ ਬੈਠ ਕੇ ਮੈਂ ਆਇਆ। ਉਹ ਕਹਿੰਦੇ ਦਿਹਾੜੀ ਤੇ ਰੱਖਿਆ ਸਾਨੂੰ। 15 ਦਿਨ ਦਾ ਕੰਟਰੈਕਟ ਕਰਾਉਂਦਾ। ਜਿੱਦਣ ਆਇਆ ਸੀ 7000 ਦੀ ਵੈਕੈਂਸੀ ਸੀ, ਅੱਜ 19000 ਦੀ ਵੈਕੈਂਸੀ ਹੈ। ਝੂਠਾ ਨਾ ਹੋਵੇ ਕਿਤੇ ਦਾ। 8 ਲੱਖ ਨੌਕਰੀ ਕਈ 440 ਦਿੱਤੀ ਹੈ। ਇਹ ਜਿਹੜਾ ਵਿਜ਼ਨ ਦੀ ਤੁਸੀਂ ਗੱਲ ਕਰਦੇ ਹੋ, ਇਹ ਵਿਜ਼ਨ ਨੂੰ ਲਾਗੂ ਕਰਨ ਵਾਲਾ ਤੁਹਾਡੀ ਸਰਕਾਰ 'ਚ ਕੋਈ ਲੀਡਰ ਹੈ? ਪਹਿਲਾਂ ਤੁਸੀਂ ਕਹਿ ਰਹੇ ਹੋ ਐਗਰੀਕਲਚਰ ਦੇ ਪੂਰੇ ਮਾਡਲ ਦੇ ਉੱਤੇ ਪਹਿਲਾਂ ਸਰਕਾਰ ਤੁਹਾਡੀ ਹੈ, ਤਾਂ ਬਾਰ-ਬਾਰ ਭਾਈ ਮੇਰੀ ਗੱਲ ਨੂੰ ਸੁਣ। ਇਹਨੂੰ ਲਾਗੂ ਕਰਨ 'ਚ ਹੈ ਕੀ? ਕਿਉਂ ਨਹੀਂ ਹੁੰਦਾ? ਭਾਈ ਮੇਰੀ ਗੱਲ ਸੁਣ। ਹੁਣ ਹੋਊਗਾ, ਜੇ ਕੋਈ ਦੱਸੂਗਾ ਤਾਂ ਹੀ ਹੋਊ। ਪਹਿਲਾਂ ਮਾਫੀਆ ਨੂੰ ਕੋਈ ਜਾਣਦਾ ਹੀ ਨਹੀਂ ਸੀ ਵੀ ਹੋ ਕੀ ਰਿਹਾ ਹੈ। ਜਦੋਂ ਦੱਸਿਆ ਵੀ ਭਾਈ ਤਾਮਿਲਨਾਡੂ 37000 ਕਮਾਉਂਦਾ, ਤੁਸੀਂ 3 ਕਰਦੇ ਹੋ। ਖਪਤ ਤੁਹਾਡੀ ਡਬਲ, ਠੇਕੇ ਤੁਹਾਡੇ ਡਬਲ। ਜਦੋਂ ਦੱਸਿਆ ਵੀ ਭਾਈ ਇੱਕ ਹਫ਼ਤੇ ਦੇ ਵਿੱਚ ਉਹ 50 ਕਰੋੜ ਕਮਾਉਂਦੇ ਆ, ਤੁਸੀਂ ਇੱਕ ਸਾਲ 'ਚ 40 ਕਰੋੜ ਕਮਾਉਂਦੇ ਹੋ ਸ਼ਾਇਦ ਰੇਤੇ ਤੋਂ। ਤੇ 1300 ਕਿਲੋਮੀਟਰ ਤੁਹਾਡਾ ਦਰਿਆ ਹੈ ਤੇ ਉਹਨਾਂ ਦਾ 300 ਹੈ। ਤੁਸੀਂ ਕਿਹਾ ਕਾਰਪੋਰੇਸ਼ਨ ਬਣੇ ਭਾਈ। ਮੈਂ ਨਾ ਕੈਪਟਨ ਨੇ ਬਣਾਈ ਨਾ ਹੁਣ ਬਣੀ। ਭਾਈ ਕਿਉਂ? ਜਿਹੜਾ ਚੋਰੀ ਕਰਦਾ ਉਹ ਕਿਉਂ ਬਣਾਊ? ਚੋਰੀ ਚੋਰ ਫੜਦਾ। ਜਿਸ ਬੰਦੇ ਨੇ ਸਾਂਠ-ਗਾਂਠ ਕੀਤੀ ਹੋਈ ਹੋਵੇ, ਜਿਹਨੇ ਸਵਾਏ ਪੰਜਾਬ ਦੀ ਬੋਲੀ ਲਾਣ ਤੋਂ, ਗਿਰਵੀ ਰੱਖਣ ਤੋਂ ਹੋਰ ਕੁਝ ਕੀਤਾ ਹੀ ਨਾ ਹੋਵੇ, ਜਿਹਨੇ ਚਿੱਟੇ ਵੇਚੇ ਹੋਣ, ਉਹ ਕਿਉਂ ਕਰੂਗਾ ਇਹ? ਉਹ ਤੇ ਆਪਦਾ ਧੰਦਾ ਪ੍ਰੋਟੈਕਟ ਕਰੂਗਾ। ਚਲੇ ਗਏ ਉਹ। ਜਿਹਨੇ ਗੁਰੂ ਦੇ ਇਨਸਾਫ ਦੀ ਬੋਲੀ ਲਾਤੀ ਹੋਵੇ ਵੋਟਾਂ ਦੀ ਪੋਲਰਾਈਜੇਸ਼ਨ ਕਰਕੇ। ਹੁਣ ਤੁਹਾਡੀ ਸਰਕਾਰ ਹੈ ਭਾਈ, ਮੇਰੀ ਸਰਕਾਰ ਹੈ ਤੇ ਮੈਂ ਸਵਾਲ ਕਰਦਾ। ਉਸ ਧਰਨੇ 'ਚ ਬੈਠ ਸਕਦਾ ਸੀ ਤੂੰ? ਕੋਈ ਪੋਲੀਟੀਸ਼ੀਅਨ ਬਿਠਾ ਮਾਈ ਦਾ ਲਾਲ। ਇਸੇ ਕਰਕੇ ਬੈਠਿਆ ਨਾ ਵੀ ਪਹਿਲੇ ਦਿਨ ਤੋਂ ਉਸ ਧਰਨੇ ਦੇ ਬਾਰੇ ਗੱਲ ਕਰਦਾ ਮੈਂ। ਬੇਅਦਬੀ ਦੀ ਗੱਲ ਕਰਦਾ ਮੈਂ, ਡਰੱਗਸ ਦੀ ਗੱਲ ਕਰਦਾ ਮੈਂ, ਬੇਖੌਫ। ਅਕਾਲੀ ਕਹਿੰਦੇ ਸਾਡੇ ਨਾਲ ਤਾਂ ਸਿੱਧੂ ਰੰਧਾਵਾ ਇਹਨਾਂ ਨੇ ਮਿਲ ਕੇ ਬਹੁਤ ਵੱਡਾ ਵੈਂਡੇਟਾ ਕਰਤਾ, ਸਾਡੇ ਖਿਲਾਫ ਧੱਕਾ ਕਰਤਾ। ਅੱਛਾ, ਤੇ ਮੈਨੂੰ ਇੱਕ ਗੱਲ ਦੱਸ, 14 ਸੀਟਾਂ ਦੇ ਉੱਤੇ ਵੈਂਡੇਟਾ ਸੀ? ਪੰਜਾਬ ਦੇ ਲੋਕਾਂ ਨੇ ਵੀ ਇਹਨਾਂ ਨਾਲ ਵੈਂਡੇਟਾ ਕਰਤਾ। ਕੰਧਾਂ ਤੋੜ ਕੇ ਭੱਜੇ, ਮੂੰਹ ਤੇ ਜੁੱਤੀਆਂ ਵੱਜੀਆਂ, ਗੋਬਰ ਲੈ ਕੇ ਪਿੰਡਾਂ ਦੇ ਲੋਕ ਖੜੇ, ਉਹ ਵੈਂਡੇਟਾ ਸੀ? ਪੁੱਛ ਇਹਨੂੰ। ਕਹਿੰਦੇ ਆ ਪਹਿਲਾਂ ਤਾਂ ਪ੍ਰਕਾਸ਼ ਸਿੰਘ ਬਾਦਲ ਬਦਲੇ ਦੀਆਂ ਕਾਰਵਾਈਆਂ ਕਰਨ ਨਹੀਂ ਦਿੰਦੇ ਸੀ। ਇਹ ਉਲਟਵਾ ਦਾ ਬਿਆਨ ਆਇਆ। ਜੇ ਐਤਕੀ ਆ ਗਿਆ ਸੀ ਸਰਦਾਰ ਪ੍ਰਕਾਸ਼ ਕੀ ਆ ਗਏ, ਕਹਿੰਦੇ ਐਤਕੀ ਤਾਂ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ ਤੇ ਜੁੱਤੀ ਵੱਜੀ ਸੀ। ਕਿਉਂ? ਤਨਖਾਹੀਆ ਕਰਾਰ ਕੀਤੇ ਹੋਏ, ਰੋਟੀ ਬੇਟੀ ਦੀ ਸਾਂਝ ਨਹੀਂ ਹੋਊਗੀ, ਮਾਫੀ ਦਵਾਈ ਗਈ ਸੀ। ਕਿਉਂ? ਜਿਹੜਾ ਪੰਥ 40 ਸਾਲ ਜਿਹਦੇ ਨਾਂ ਦੇ ਉੱਤੇ ਰਾਜ ਕਰਦੇ ਰਹੇ, ਇਹਨਾਂ ਦੇ ਖਿਲਾਫ ਖੜਾ ਸੀ। ਕਿਉਂ? 45 ਸੀਟਾਂ ਤੋਂ 14 ਦੇ ਉੱਤੇ ਆ ਗਏ। ਕਿਉਂ? ਪੁੱਛ। ਅਗਲੀ ਗੱਲ ਕਹਿ ਜਿਹੜਾ ਬਾਬਾ ਨਾਨਕ ਦਾ ਪਾਲਿਸੀ ਦਾ 13 ਤੋੜਨ ਵਾਲੀ ਤਕੜੀ ਇਹਨਾਂ ਨੇ ਬਣਾਤੀ। ਮੇਰਾ 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 ਮੇਰੀਆਂ ਬੱਸਾਂ 2 ਤੋਂ 6,000 ਲੱਖੀ ਬਣਾਉਂਦਾ ਸੀ ਟਾਈਮ ਟੇਬਲ। ਸੁੱਖ ਵਿਲਾਸ ਬਣਾਤੇ ਪੰਜਾਬ ਦੇ ਦੁੱਖਾਂ ਦੇ ਉੱਤੇ। ਕਿਉਂ? ਵਲਟੋਆ ਨੇ ਕਿਹਾ ਮਜੀਠੀਆ। ਉਹ ਛੱਡਣਾ, ਤੂੰ ਬਾਦਲ ਦੀ ਗੱਲ ਕਰ ਮਿੱਤਰਾ। ਕੌਣ ਇਹ? ਕੀ ਨਾਮ ਨੂੰ ਲਈ ਜਾਂਦਾ? ਉਹਨਾਂ ਨੇ ਕਿਹਾ ਕਿ ਮਜੀਠੀਆ ਖਿਲਾਫ ਚੋਣ ਲੜ ਕੇ ਦੇਖ ਲੈਣ, ਚਾਹੇ ਤੁਸੀਂ ਲੜ ਦੋ ਚਾਹੇ ਭਾਈ। ਕਿਉਂ ਵੀ ਜੇ ਇਹ ਪਾਗਲਾਂ ਵਾਲੀਆਂ ਗੱਲਾਂ ਦੇ ਵਿੱਚ ਮੈਂ ਪਾਗਲ ਬਣਾ ਹੈ? ਇਹਦੇ ਨਾਲ ਕੀ ਪੰਜਾਬ ਦਾ ਭਲਾ ਹੋ ਜੂ? ਅੱਗੇ ਕੈਪਟਨ ਕਹੀ ਜਾਂਦਾ ਹੁੰਦਾ ਇਹੀ ਨੌਨਸੈਂਸ। ਮੇਰੇ ਨਾਲ ਚੋਣ ਲੜੋ। ਕਿਉਂ ਲੜ ਲਓ ਬਈ? ਜਿੱਥੇ ਅਸੀਂ ਤੇ ਸਾਨੂੰ ਤਾਂ INB ਮਿਨਿਸਟਰੀ ਦਿੱਤੀ ਤਾਂ ਨਹੀਂ ਛੱਡੀ ਅਸੀਂ ਅੰਮ੍ਰਿਤਸਰ। ਅਕਾਲੀ ਦਲ ਕਹਿ ਰਿਹਾ ਹੈਗਾ ਸਰਕਾਰ ਸਾਡੀ ਬਣ ਰਹੀ ਹੈ, ਉਹਨਾਂ ਦਾ ਮੈਂ ਤਾਂ ਕਹਿ ਰਹੇ ਨੇ ਕਿ ਸਾਡੇ ਨਾਲ ਵੰਡੇਟਾ ਕੀਤਾ ਜਦੋਂ ਅਸੀਂ ਆ ਗਏ ਸੱਤਾ 'ਚੋਂ। ਸਿੱਧਾ ਕਹਿ ਰਹੇ ਨੇ, ਕਹਿੰਦੇ ਅਸੀਂ ਵੀ ਉਹੀ ਕਰਾਂਗੇ ਔਰ ਬਹੁਤ ਪਰਸਨਲੀ ਕਰਾਂਗੇ। ਇਹ ਬੋਲ ਰਹੇ ਨੇ, ਬਿਆਨ ਦੇ ਰਹੇ ਨੇ। ਜਦ ਤੱਕ ਇਹ ਜੀਜਾ ਸਾਲਾ ਨੇ ਨਾ, ਅਸੀਂ ਤੇ ਇਹਨਾਂ ਦੀ ਆਰਤੀ ਕਰਦੇ ਆ, ਉਦ ਤੱਕ ਤੇ ਆਉਂਦੇ ਨਹੀਂ। ਡਾਇਨੋਸਾਰ ਆ ਜਾਣ ਭਾਵੇਂ ਧਰਤੀ ਦੇ ਉੱਤੇ ਐਕਸਟਿੰਕਟ ਹੋਏ, ਇਹ ਨਹੀਂ ਆਉਂਦੇ। ਲੋਕਾਂ ਨੇ ਵਰਕੇ ਹੀ ਪਾੜੇ ਹੋਏ ਨੇ, ਭੁੱਲ ਜੇ। ਅੱਗੇ ਚੱਲ। ਅਕਾਲੀ ਦਲ ਤੇ BJP ਦਾ ਅਲਾਈਅੰਸ ਹੋ ਸਕਦਾ? ਮੈਂ ਕੀ ਕਹਿੰਦਾ, ਅਲਾਈਅੰਸ ਹੈ ਆਲਰੇਡੀ। ਵੀ ਅੱਗੇ ਜਾ ਕੇ ਇਕੱਠੇ ਹੋ ਜਾਣਗੇ। ਲੋਕਾਂ ਨੂੰ ਪਤਾ ਹੈ ਰੰਜਨ ਸਿੰਘ ਦੀ ਟ੍ਰਾਂਸਫਰ ਕਿਉਂ ਹੋਈ ਸੀ। ਹੈ ਉਦੋਂ ਤਾਂ ਅਲਾਈਅੰਸ ਸੀ। ਮੈਂ ਕਹਿੰਦਾ ਅਲਾਈਅੰਸ ਕਦ ਟੁੱਟਿਆ ਹੀ ਕਦੇ ਨਹੀਂ।
ਇਹ ਹੈ ਵੀ ਤੁਹਾਨੂੰ ਤੁਹਾਡੀ ਰੈਪੂਟੇਸ਼ਨ ਘਟ ਗਈ, ਅਸੀਂ ਇਕੱਲੇ ਚਲੇ ਜਾਂਦੇ ਹਾਂ ਅੱਗੇ, ਜਿੰਨੀਆਂ ਅਸੀਂ ਜਿੱਤ ਜਾਾਂਗੇ, ਜਿੰਨੀਆਂ ਤੁਸੀਂ ਬਾਅਦ 'ਚ ਇਕੱਠੇ ਹੋ ਜਾਾਂਗੇ। ਪੰਜਾਬ ਦਾ ਮਾਡਲ ਹੁਣ ਲੱਗਦਾ ਹੈਗਾ ਕਿ ਜੇ ਤੁਸੀਂ ਸੱਤਾ 'ਚ ਆ ਜਾਂਦੇ ਹੋ ਤਾਂ, ਕਿਉਂਕਿ ਤੁਸੀਂ ਬਾਰ-ਬਾਰ ਇੱਕ ਗੱਲਾਂ ਲੈ ਕੇ ਆਉਂਦੇ ਰਹੇ ਹੋ, ਆ ਜਿਹੜੀਆਂ ਕਾਰਪੋਰੇਸ਼ਨ ਵਾਲੀਆਂ ਗੱਲਾਂ ਸਾਡੇ ਯਾਦ ਆ, ਤੁਸੀਂ ਸ਼ੁਰੂ ਤੋਂ ਕਹਿੰਦੇ ਰਹੇ ਹੋਗੇ 10 ਸਾਲ ਤੋਂ। ਹਾਂ 10 ਸਾਲ ਤੋਂ ਕਹਿੰਦੇ ਹੋਈਆਂ ਤਾਂ ਹੈ ਨਹੀਂ, ਇਹ ਤੁਹਾਡੀ ਸਰਕਾਰ ਵੀ ਆ ਗਈ, ਦੇਖੋ, ਤੁਹਾਡੇ ਮੁੱਖ ਮੰਤਰੀ ਵੀ ਬਣ ਗਏ, ਇਹੀ ਮੈਂ ਕਹਿਣਾ। ਫਿਰ ਲੋਕ ਕਹਿਣਗੇ ਸਿੱਧੂ ਦਾ ਜੋ ਬੋਲ ਰਹੇ ਨੇ ਉਹਦੇ ਯਕੀਨ ਕਿਵੇਂ ਕਰੀਏ, ਜੇ ਅਗਲਾ ਸੀਐਮ ਵੀ ਕੋਈ ਹੋਰ ਆ ਫਿਰ ਨਹੀਂ ਲਾਗੂ ਕਰੂ। ਭਾਈ ਜੇ ਫਿਰ ਤੂੰ ਜੇ ਕਹਿ ਰਿਹਾ ਐ ਹੋਇਆ, ਪਹਿਲਾਂ ਹੋਇਆ, ਮੈਂ ਤਾਂ ਜੇ ਕਹਿ ਰਿਹਾ। ਪਹਿਲਾਂ ਹੋਇਆ ਤਾਂ ਜ਼ਰੂਰੀ ਹੈ ਵੀ ਹੁਣ ਵੀ ਹੋਏਗਾ, ਜੋ ਹੋਏਗਾ ਉਹ ਦੇਖਾਂਗੇ, ਉਹਦੇ ਹਿਸਾਬ ਦੇ ਨਾਲ ਰਣਨੀਤੀ ਬਣੂ, ਲੋਕ ਵੀ ਉਹਦੇ ਹਿਸਾਬ ਦੇ ਨਾਲ। ਲੋਕ ਤਾਂ ਚਿੱਤੀ 'ਚ ਨੇ, ਲੋਕਾਂ ਨੂੰ ਜਦੋਂ ਕਲੈਰਿਟੀ ਮਿਲੂਗੀ ਲੋਕ ਠਾਂ ਕਰਕੇ ਠੋਕ ਦੇਣਗੇ, ਜਿੱਧਰ ਨੂੰ ਜਾਣਾ ਹੋਊਗਾ ਉੱਧਰ ਨੂੰ ਜਾਣਗੇ। ਪਿਛਲੀ ਵਾਰ ਇਹਨੇ ਨਹੀਂ ਦਿੱਤਾ ਚੀਫ ਮਿਨਿਸਟਰ ਫੇਸ, ਆਮ ਆਦਮੀ ਪਾਰਟੀ ਨੇ ਠੋਕ ਤੱਕ ਨਹੀਂ ਉਹਨਾਂ ਨੇ। ਮੈਂ ਹੀ ਕਹਿੰਦਾ ਰਹਿੰਦਾ ਸੀ ਲਾੜਾ ਦੱਸ ਓਏ, ਤੁੱਤਰੂ ਹੋ ਰਹੀ ਹੈ, ਬਹੂ ਪਿੱਪਲ ਥੱਲੇ ਸੁੱਤੀ ਪਈ ਹੈ, ਦੱਸੋ ਲਾੜਾ। ਮੈਨੂੰ ਕਹਿੰਦਾ ਜੀ ਬਣ ਜਾਓ ਡਿਪਟੀ, ਮੈਂ ਕਿਹਦਾ ਆਪ ਬਣਨਾ ਚਾਹੁੰਦਾ ਸੀ। ਇਹ ਕੁਮਾਰ ਵਿਸ਼ਵਾਸ ਨੇ ਖੋਲਤੇ ਨਾ ਪੋਤੜੇ, ਸਮਝਿਆ। ਇਸ ਕਰਕੇ ਲੋਕ ਬੜੇ ਸਿਆਣੇ ਆ, ਲੋਕਾਂ ਨੂੰ ਅੰਡਰ ਐਸਟੀਮੇਟ ਨਾ ਕਰੀਏ ਯਾਰਾ, ਲੋਕ ਬਹੁਤ ਜ਼ਿਆਦਾ ਸਿਆਣੇ ਨੇ। ਐਤਕੀ ਵੀ ਤੁਸੀਂ ਬਿਆਨ ਦਿੱਤਾ ਕਿ ਲਾੜਾ ਡਿਕਲੇਅਰ ਹੋਣਾ ਚਾਹੀਦਾ, ਰੰਧਾਵਾ ਕਹਿੰਦੇ 5 ਲਾੜੇ ਨੇ। ਮੇਰੀ ਇੱਕ ਗੱਲ ਨੂੰ ਸੁਣ, ਇਹ ਤੈਅ ਮੈਂ ਕਰਨਾ ਹੈ ਜਾਂ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਜਾਂ ਕਿਸੇ ਹੋਰ ਨੇ ਕਰਨਾ ਹੈ, ਇਹ ਤੇ ਪੰਜਾਬ ਦੇ ਲੋਕ ਤੈਅ ਕਰਨਗੇ ਵੀ ਕਿਹਨੇ ਲਾੜਾ ਬਣਨਾ, ਕਿਹਨੂੰ ਬਣਾਉਣਾ ਹੈ ਤੇ ਕਿਹਨੂੰ ਜਿਤਾਉਣਾ ਹੈ। ਇਹ 'ਚ ਹੰਕਾਰ ਕਾਹਦਾ? ਲੋਕਤੰਤਰ ਹੰਕਾਰ ਥੋੜਾ ਨਾ ਸਹਿੰਦਾ। ਮੈਂ ਤੇ ਬਾਰ-ਬਾਰ ਕਹਿਣਾ ਕਿ ਐਤਕੀ ਇਹ ਧਰਤੀ ਆਪਣਾ ਵਾਰਿਸ ਚੁਣੇਗੀ, ਤੇ ਐਤਕੀ ਸੈਕੂਲਰ ਪਾਰਟੀ ਖੜੀ ਹੈ ਕਾਂਗਰਸ ਦੇ ਅੱਗੇ। ਜਿੱਥੇ ਜਿੱਥੇ ਸੈਕੂਲਰ ਪਾਰਟੀ ਓਵਰਟੇਕ ਕਰ ਗਈ ਨਾ, ਕਾਂਗਰਸ 20 ਸਾਲ ਆਈ ਨਹੀਂ, ਇਹ ਵੀ ਧਿਆਨ ਰੱਖਿਓ। ਇਸ ਕਰਕੇ ਪਰ ਲਾੜਿਆਂ ਸਾਰਾ ਦੀ ਗੱਲ ਤੇ ਇੰਨਾ ਰੌਲਾ ਪਿਆ ਕਿ ਕਿਉਂ ਬਈ, ਕਿਉਂ ਰੌਲਾ ਪਿਆ? ਤੁਸੀਂ ਬਿਆਨ ਤੋਂ ਤੁਹਾਡਾ ਬਿਆਨ ਅਖਬਾਰ 'ਚ, ਮੈਂ ਕਿਹਾ ਮੇਰਾ ਬਿਆਨ ਬੜਾ ਸਿੰਪਲ ਹੈ ਕਿ ਆਮ ਆਦਮੀ ਪਾਰਟੀ ਨੇ ਨਹੀਂ ਕੀਤਾ ਡਿਕਲੇਅਰ, ਨੁਕਸਾਨ ਉਠਾਇਆ ਉਹਨਾਂ ਨੇ। ਜ਼ਰੂਰੀ ਤਾਂ ਨਹੀਂ ਹੈ ਵੀ ਕਾਂਗਰਸ 70 ਸਾਲ ਪੁਰਾਣੀ ਪਾਰਟੀ ਜਿਹਨੇ ਦੇਸ਼ ਨੂੰ ਆਜ਼ਾਦੀ ਦਿੱਤੀ ਹੋਵੇ ਉਹ ਕਿਸੇ ਹੋਰ ਤਰੀਕੇ ਸੋਚ ਸਕਦੀ ਹੈ। ਔਰ ਇਸੇ ਬਿਆਨ ਤੇ ਰੰਧਾਵਾ ਨੇ ਕਿਹਾ ਕਿ ਹੰਕਾਰ ਬੰਦੇ ਨੂੰ ਦਾ ਖਾਤਮਾ ਕਰਨਾ, ਜਿਹੜਾ ਤੁਸੀਂ ਕਹਿੰਦੇ ਈਗੋ ਨਹੀਂ ਹੋਣੀ ਚਾਹੀਦੀ, ਉਹਨਾਂ ਨੇ ਇਹ ਗੱਲ ਕਹੀ ਜਾਂ ਰਿਕਾਰਡ ਕਹੀ। ਤੇ ਜ਼ਰੂਰੀ ਹੈ ਮੈਂ ਕਹਾਂ ਜਾਂ ਤੇਰੀ ਟੀਆਰਪੀ ਬਣਾਉਣ ਲਈ ਕਹਾਂ? ਨਹੀਂ ਕਹਿਣਾ ਕੁਛ ਅੱਗੇ ਚੱਲ। ਹਰ ਗੱਲ ਜਿਹੜੀ ਗੱਲ ਤੁਹਾਨੂੰ ਫਿੱਟ ਨਹੀਂ ਬਈ ਆਉਂਦੀ, ਮੈਨੂੰ ਜਿਹੜੀ ਗੱਲ ਤੁਹਾਨੂੰ ਫਿੱਟ ਨਹੀਂ, ਹਰ ਗੱਲ ਹੁਣ ਸਵਾਲ ਪੁੱਛਣਾ ਸਾਡਾ ਕੰਮ ਆ। ਅਸੀਂ ਸਵਾਲ ਪੁੱਛਣਾ ਤੇਰਾ ਕਹਿ ਸਕਦੇ ਹੋ, ਨੋ ਕਮੈਂਟ ਕਹਿ ਸਕਦੇ ਹੋ ਤੁਸੀਂ। ਮੈਂ ਨੋ ਕਮੈਂਟ, ਸਵਾਲ ਜਿਹੜਾ ਤੁਹਾਨੂੰ ਫਿੱਟ ਨਹੀਂ ਤੁਸੀਂ ਕਹਿੰਦੇ ਹੋ ਟੀਆਰਪੀ ਆ, ਜਿਹੜਾ ਫਿੱਟ ਤੁਹਾਨੂੰ ਨਹੀਂ ਫਿੱਟ ਬੈਠਦਾ, ਜਿਹੜਾ ਤੁਹਾਨੂੰ ਫਿੱਟ ਬੈਠਦਾ ਤੁਸੀਂ ਕਹਿੰਦੇ ਬਹੁਤ ਵਧੀਆ। ਮੈਨੂੰ ਫਿੱਟ ਕਿਉਂ ਬੈਠੇ? ਕਦੇ ਕਹਿ ਸਕਦੇ ਹੋ। ਮੈਂ ਕਦੇ ਕਿਸੇ ਕਾਂਗਰਸੀ ਦੇ ਖਿਲਾਫ ਬੋਲਿਆ ਹੀ ਨਹੀਂ, ਕੱਢ ਨਾਮ ਇੱਕ। ਮੇਰਾ ਅਸੂਲ ਹੈ ਕਿ ਮੇਰੀ ਲੜਾਈ ਵਿਰੋਧੀ ਨਾਲ ਹੈ, ਆਪਦਿਆਂ ਨਾਲ ਨਹੀਂ। ਦੱਸ, ਜਦ ਦਾ ਮੈਂ ਆਇਆ ਪੋਲਿਟਿਕਸ 17 ਸਾਲ, ਜਦੋਂ ਉਧਰ ਸੀ ਕਦੇ ਨਹੀਂ ਬੋਲਿਆ ਕਿਸੇ ਬੰਦੇ ਦੇ ਖਿਲਾਫ, ਜਦੋਂ ਇੱਧਰ ਆਇਆ ਕਦੇ ਨਹੀਂ ਬੋਲਿਆ ਕਿਸੇ ਦੇ ਖਿਲਾਫ। ਤੇ ਮੁੱਦਿਆਂ ਦੀ ਗੱਲ ਮੈਂ ਪੁੱਛ ਲਾਂ ਕਿ ਮੰਨ ਲਓ, ਚਲੋ ਵੈਸੇ ਤਾਂ ਸਰਕਾਰ ਲੋਕਾਂ ਨੇ ਬਣਾਉਣੀ ਆ, ਤੁਸੀਂ ਵੀ ਕਹਿ ਰਹੇ ਹੋ ਅਸੀਂ ਵੀ ਕਹਿ ਰਹੇ ਹਾਂ, ਆਈਆਂ ਇਹ 5 ਗੱਲਾਂ ਕਿਹੜੀਆਂ ਨੇ ਜਿਨ੍ਹਾਂ ਕਰਕੇ ਜਿਹੜੀਆਂ ਪਹਿਲਾਂ ਨਹੀਂ ਹੋਈਆਂ ਤੁਸੀਂ ਕਰ ਦੋਗੇ ਤੇ ਪੰਜਾਬ ਬਦਲ ਜੂਗਾ? ਬੜੀ ਸਿੰਪਲ ਗੱਲ, ਇਨਕਮ। ਪੰਜਾਬ ਦੇ ਹਰ ਮਸਲੇ ਦਾ ਹੱਲ ਲਾਅ ਐਂਡ ਆਰਡਰ ਨੂੰ ਛੱਡ ਕੇ ਇਨਕਮ ਹੈ। ਪਹਿਲੇ ਦਿਨ ਦਾ ਕਹਿਣਾ, ਪੰਜਾਬ ਦੀ ਇਨਕਮ ਵਧਾ ਦਿਓ, ਮਾਫੀਆ ਖਤਮ ਕਰ ਦਿਓ, ਸਟੇਟ ਓਨਡ ਕਾਰਪੋਰੇਸ਼ਨਾਂ ਬਣਾ ਦਿਓ, ਰੇਤੇ ਦੀ ਬਣਾ ਦਿਓ, ਸ਼ਰਾਬ ਦੀ ਬਣਾ ਦਿਓ। 30,000 ਕਰੋੜ ਰੁਪਈਆ ਸ਼ਰਾਬ ਤੋਂ ਆਜੂ, 2-3 ਕਰੋੜ ਰੇਤੇ ਤੋਂ ਆਜੂ, ਮਾਈਨਿੰਗ ਤੋਂ ਇਲਾਵਾ ਇਹਦੇ ਤੋਂ ਕੇਬਲ ਤੋਂ ਆਜੂ। ਕੇਬਲ ਦਾ ਕੀ ਇਲਾਜ ਹੈ? ਕੰਪੀਟੀਸ਼ਨ ਖੜਾ ਕਰ ਦਿਓ। 2 ਕਰੋੜ ਟੈਲੀਵਿਜ਼ਨ ਸੈੱਟ ਹੈ, 50 ਇੱਕ ਦੇ ਉੱਤੇ ਟੈਕਸ ਲਾ ਦਿਓ। ਜਦੋਂ ਕੰਪੀਟੀਸ਼ਨ ਖੜਾ ਕੋ 450 ਤੋਂ 200 ਤੇ ਆਜੂਗੀ ਕੇਬਲ। ਕਿ ਇਨਕਮ ਜਿਹੜੀ ਚੋਰੀ ਹੋ ਰਹੀ ਹੈ ਰੇਤ ਤੋਂ, ਮਾਈਨਿੰਗ ਤੋਂ, ਕੇਬਲ ਤੋਂ, ਸ਼ਰਾਬ ਤੋਂ, ਐਕਸਾਈਜ਼ ਤੋਂ, ਨਕਲੀ ਸ਼ਰਾਬ ਦੀਆਂ ਡਿਸਟਿਲਰੀਆਂ ਤੋਂ, ਟਰਾਂਸਪੋਰਟ ਤੋਂ, ਸਟੇਟ ਦੇ ਖਜ਼ਾਨੇ 'ਚ ਪਵੇ। ਐ ਉੱਠੂ ਪੰਜਾਬ ਠਾਂ ਕਰਕੇ, ਡਬਲ ਹੋਊ। ਕਿੱਥੇ ਅਸੀਂ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ ਹਾਂ, ਕਿੱਥੇ ਫਿਸਕਲ ਡੈਫਿਸਿਟ 1 ਲੱਖ ਕਰੋੜ ਦਾ, ਸਭ ਤੋਂ ਵੱਧ ਕਰਜ਼ਾਈ ਸਟੇਟ। ਐ ਉੱਠੂ ਸਰਕਾਰ, ਠੱਕ ਦੇਣੇ ਨਾਲ ਦੀ ਨਾਲ। ਨੰਬਰ 1। ਨੰਬਰ 2, ਏਜੰਡਾ, ਰੋਡ ਮੈਪ। ਕਿ ਆਹ ਸਾਡਾ ਰੋਡ ਮੈਪ ਹੈ ਹੈਲਥ, ਫਿਸਕਲ ਹੈਲਥ ਬਾਰੇ, ਆਹ ਸਾਡਾ ਰੋਡ ਮੈਪ ਹੈ ਐਜੂਕੇਸ਼ਨ ਬਾਰੇ, ਆਹ ਸਾਡਾ ਰੋਡ ਮੈਪ ਹੈ ਇਨਕਮ ਲਿਆਉਣ ਦੇ ਬਾਰੇ, ਆਹ ਸਾਡਾ ਰੋਡ ਮੈਪ ਹੈ ਵੀ ਇੱਦਾਂ ਖਰਚਾਂਗੇ, ਆਹ ਸਾਡਾ ਰੋਡ ਮੈਪ ਹੈ ਵਿਮਨ ਇੰਪਾਵਰਮੈਂਟ ਬਾਰੇ, ਜਿੱਦਾਂ ਮੈਂ ਕੱਲ੍ਹ ਕਿਹਾ। ਠੀਕ ਹੈ, ਇਹ ਦੂਸਰੀ ਚੀਜ਼ ਹੈ ਕਿ ਰੋਡ ਮੈਪ। ਫਿਰ ਇਹਨੂੰ ਇੰਪਲੀਮੈਂਟ ਕਿਵੇਂ ਕਰਾਂਗੇ? ਪਾਲਿਸੀ ਦੇ ਨਾਲ ਕਰਾਂਗੇ। ਇਹ ਸ਼ਗੂਫਿਆਂ ਨਾਲ ਥੋੜਾ ਨਾ ਹੋ ਜੂ,
ਬਜਟਰੀ ਐਲੋਕੇਸ਼ਨ ਦੇ ਨਾਲ ਕਰਾਂਗੇ ਭਾਈ। ਬਜਟਰੀ ਐਲੋਕੇਸ਼ਨ ਦੇ ਨਾਲ ਰਿਸਰਚ ਹੋਏਗੀ, ਆਹ ਪੈਸੇ ਇੱਥੇ ਲੱਗਣਗੇ, ਇੱਥੋਂ ਆਣਗੇ, ਇਹ ਦੱਸੇ। ਚੌਥੀ ਗੱਲ, ਪਬਲਿਕ ਪਰਸੈਪਸ਼ਨ ਦੇ ਵਿੱਚ ਜਾ ਕੇ ਭਰੋਸਾ ਵਾਪਸ ਲੈਣਾ ਪਊ। ਆ ਜਾਊਗਾ ਭਾਈ ਇਹ ਤੂੰ ਥੋੜਾ ਤੈਅ ਕਰੇਂਗਾ। ਮੈਂ ਕਹਿ ਰਿਹਾ, ਮੈਂ ਤੁਹਾਡੇ ਤੋਂ ਪੁੱਛ ਰਿਹਾ ਭਾਈ, ਹੈਗਾ, ਮੇਰੀ ਮੈਂ ਗੱਲ- ਕੌਣ ਆ ਤੈਅ ਕਰਨ ਮੇਰੀ ਵਾਲਾ? ਗੱਲ ਮੈਂ ਤਾਂ ਸੁਣ। ਸਵਾਲ ਪੁੱਛ ਰਿਹਾ। ਜੇ ਮੇਰੇ ਕੋਲੇ ਆਸ ਮੈਂ ਤੁਹਾਨੂੰ ਉਮੀਦ, ਪੁੱਛ ਰਿਹਾ, ਆਜੂ ਤੁਸੀਂ ਕਹਿ ਸਕਦੇ ਹੋ ਜਿੱਦਣ ਆਜੂਗਾ, ਮੇਰੇ ਨਹੀਂ ਕੋਲ ਆਜੂਗਾ। ਜਿੱਦਣ ਮੇਰੇ ਕੋਲੇ ਆਸ ਉਮੀਦ ਨਾ ਰਹੀ ਕਿ ਭਾਈ ਮੈਂ ਪੋਲਿਟਿਕਸ ਹੋਪ ਦੀ ਨਹੀਂ ਕਰਾਂਗਾ ਔਰ ਇਹ ਸਮਾਜ ਨੂੰ ਮੈਂ ਬਦਲ ਨਹੀਂ ਸਕਦਾ, ਉਦੋਂ ਕੋਈ ਫਾਇਦਾ ਹੀ ਨਹੀਂ ਹੈ, ਮਕਸਦ ਹੀ ਟੁੱਟ ਗਿਆ। ਹਾਂ, ਇਹ ਮੈਨੂੰ ਪਤਾ ਵੀ ਇਹ ਚੈਲੰਜ ਬਹੁਤ ਤਗੜਾ ਹੈ, ਕਿਉਂਕਿ ਇੱਥੇ 5 ਨੂੰ 500 ਕਰ ਦਿੰਦੇ ਆ। ਆਕਾ ਹੋਵੇ ਤੇ 5000 ਹੋ ਜਾਂਦਾ ਹੈ, ਚੋਰ ਸਾਧ ਹੋ ਜਾਂਦਾ ਹੈ, ਤੇ ਜੇ ਆਕਾ ਨਾ ਹੋਵੇ ਤੇ 1000 ਬੰਦਾ ਜ਼ੀਰੋ ਹੋ ਜਾਂਦਾ ਹੈ। ਇਹ ਚੈਲੰਜ ਹੈ। ਤੇਰੇ ਟੈਲੀਵਿਜ਼ਨ 'ਚ ਚੈਲੰਜ ਨਹੀਂ ਹੈ, 19 ਦਾ 19.5 ਨਹੀਂ ਹੁੰਦਾ। ਕ੍ਰਿਕਟ 'ਚ ਚੈਲੰਜ ਨਹੀਂ ਹੈ, ਜਦੋਂ ਗੇਂਦ ਡੰਡਿਆਂ ਤੇ 4 ਵਾਰ ਵੱਜਦੀ ਆ ਲੱਗਦਾ ਕੱਢੋ ਇਹਨੂੰ ਬਾਹਰ, ਸਮਝ ਨਹੀਂ। ਕਮੈਂਟਰੀ ਦੇ ਵਿੱਚ ਇਹ ਚੈਲੰਜ ਨਹੀਂ ਹੈ, ਟੈਲੀਵਿਜ਼ਨ ਤੇ ਇਹ ਚੈਲੰਜ ਨਹੀਂ ਹੈ, ਸ਼ੋਜ਼ ਤੇ ਇਹ ਚੈਲੰਜ ਨਹੀਂ ਹੈ। ਪੋਲਿਟਿਕਸ 'ਚ ਚੈਲੰਜ ਹੈ, ਲੇਕਿਨ ਪੋਲਿਟਿਕਸ 'ਚ ਇੱਕ ਸਭ ਤੋਂ ਵੱਡਾ ਇਨਸੈਂਟਿਵ ਹੈ ਜਿਹੜਾ ਮੈਨੂੰ ਮੇਰੀ ਜ਼ਿੰਦਗੀ ਦਾ ਲਾਸਟ ਸੁਪਨਾ ਹੈ ਕਿ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਸਕਦੇ ਹੋ ਬਿਹਤਰੀ ਦੇ ਲਈ। ਯੂ ਕੈਨ ਮੇਕ ਅ ਡਿਫਰੈਂਸ। ਤੁਸੀਂ ਆਪਣਾ ਨਾਮ ਇਤਿਹਾਸ ਦੇ ਵਿੱਚ ਅਮਰ ਕਰ ਸਕਦੇ ਹੋ। ਇਹੀ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਸੀ ਕਿ ਕੀ ਚਯਨ ਕਰਦੇ ਹਾਂ ਅਸੀਂ, ਕੀ ਚੁਣਦੇ ਹਾਂ ਅਸੀਂ। ਹਰਾਮ ਦਾ ਪੈਸਾ ਪੰਜਾਬ ਨੂੰ ਵੇਚਣਾ, ਪੰਜਾਬ ਨੂੰ ਗਿਰਵੀ ਰੱਖਣਾ, ਜਾਂ ਇਮਾਨਦਾਰੀ ਦੇ ਉੱਤੇ, ਹੱਕ ਹਲਾਲ ਦੇ ਉੱਤੇ ਖੜ ਕੇ ਬਾਬੇ ਨਾਨਕ ਦੇ ਫਲਸਫੇ ਦੇ ਨਾਲ ਇਸ ਪੰਜਾਬ ਨੂੰ ਬੇਹਾਲੀ ਤੋਂ ਖੁਸ਼ਹਾਲੀ ਵੱਲ ਜਾਣਾ। ਇਹ ਤੈਅ ਕਰੇਗਾ। ਕਦੇ ਇਹੋ ਜਿਹਾ ਮੌਕਾ ਆਇਆ ਕੋਈ ਤੁਹਾਨੂੰ ਐ ਲੱਗਿਆ ਹੋਵੇ ਯਾਰ ਤੁਸੀਂ ਤੇ ਪੋਲਿਟਿਕਸ ਇਸ ਕਰਕੇ ਚੁਣੀ ਸੀ, ਤੁਸੀਂ ਕਹਿ ਰਹੇ ਹੋ ਜ਼ਿੰਦਗੀਆਂ ਬਦਲਣੀਆਂ ਨੇ? ਹਾਂਜੀ, ਕਦੇ ਲੱਗਿਆ ਯਾਰ ਛੱਡ ਦੇਣੀ ਚਾਹੀਦੀ ਹੈ? ਬਿਲਕੁਲ ਵੀ ਨਹੀਂ। ਤੰਗ ਕਰਦੇ ਹੈਗੇ। ਮੈਂ ਕਿਹਾ ਜੇ ਇੱਥੇ ਸੈਲੀਬ੍ਰਿਟੀ ਆਏ, ਇੱਕ ਇਲੈਕਸ਼ਨ ਜਿੱਤੇ ਦੌੜ ਗਏ, ਕਈ ਤਾਂ 6-6 ਮਹੀਨਿਆਂ ਬਾਅਦ ਦੌੜ ਗਏ, ਦੂਜੇ ਹਾਰ ਕੇ ਭੱਜ ਗਏ, ਤੇ ਸਿੱਧੂ 5 ਇਲੈਕਸ਼ਨ ਜਿੱਤ ਕੇ, ਇੱਕ ਵਾਰ ਨੋਮੀਨੇਟ ਹੋ ਕੇ, 4 ਵਾਰ MP ਬਣ ਕੇ ਇੱਥੇ ਖੜਾ ਨਾ, ਮੋਟੀ ਚਮੜੀ ਆ ਗੈਂਡੇ ਵਰਗੀ, ਹਿੱਲਿਆ ਨਹੀਂ ਸਿੱਧੂ, ਕਦਮ ਪਿੱਛੇ ਨਹੀਂ ਕੀਤਾ। ਜਦ ਤੱਕ ਇਹ ਇਲੈਕਸ਼ਨ ਹੋ ਨਹੀਂ ਜਾਂਦਾ, ਐਂਡ ਤੱਕ ਕੋਈ ਪੰਜਾਬੀ ਇਹ ਨਹੀਂ ਕਹਿ ਸਕੂਗਾ ਕਿ ਨਵਜੋਤ ਸਿੱਧੂ ਲੜਿਆ ਨਹੀਂ ਸੀ। ਹਾਂ, ਇਹ ਗੱਲ ਠੀਕ ਹੈ ਕਿ ਝੂਠ ਨਹੀਂ ਬੋਲੂੰਗਾ। ਇਹ ਗੱਲ ਠੀਕ ਹੈ ਕਿ ਪੰਜਾਬ ਦੇ ਲੋਕਾਂ ਨੂੰ ਧੋਖਾ ਨਹੀਂ ਦਿਆਂਗਾ। ਇਹ ਗੱਲ ਠੀਕ ਹੈ ਕਿ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਨੂੰ ਕਦੇ ਛੱਡਾਂਗਾ ਨਹੀਂ। ਇਹ ਮੇਰੀ ਜ਼ੁਬਾਨ ਹੈ ਦਿੱਤੀ ਹੋਈ, ਜਿਸ ਤਰ੍ਹਾਂ ਗੁਰੂ ਘਰ ਨੂੰ ਜ਼ੁਬਾਨ ਦਿੱਤੀ ਸੀ ਉਸ ਤਰ੍ਹਾਂ ਹੀ ਉਹਨਾਂ ਨੂੰ ਦਿੱਤੀ ਹੈ ਦੋਨਾਂ ਨੂੰ, ਸਮਝਿਆ ਨਹੀਂ। ਸਿੱਧੂ ਵਿਲ ਬੀ ਅ ਲਾਇਲ ਸੋਲਜਰ ਆਫ ਦ ਕਾਂਗਰਸ, ਜਿੱਦਾਂ ਮੇਰਾ ਪਿਓ ਸੀ, ਆਲਰਾਈਟ। ਲੇਕਿਨ ਪੰਜਾਬ ਦੇ ਲੋਕਾਂ ਨਾਲ ਧਰੋ ਨਹੀਂ ਕਰਾਂਗਾ। ਜੇ ਮੈਂ ਇਹਨਾਂ ਦੀਆਂ ਜ਼ਿੰਦਗੀਆਂ ਬਦਲ ਸਕੂੰਗਾ, ਜ਼ਰੀਆ ਬਣ ਸਕੂੰਗਾ, ਠੀਕ ਹੈ, ਨਹੀਂ ਤੇ ਵਰਤਿਆ ਨਹੀਂ ਜਾਊਂਗਾ ਝੂਠ ਬੋਲਣ ਲਈ। ਪਤਾ ਕਿਵੇਂ ਲੱਗੂ ਇਸ ਗੱਲ ਦਾ? ਇਹ ਲੋਕਾਂ ਨੂੰ ਸਮਝ ਆ। ਤੇਰੇ ਨੂੰ ਕਿਤੇ ਜ਼ਿਆਦਾ ਸਮਝ ਆ, ਮੇਰੇ ਨੂੰ ਕਿਤੇ ਜ਼ਿਆਦਾ ਸਮਝ ਆ। ਜਾਣਦੇ ਆ ਲੋਕ। 78 ਸੀਟਾਂ ਜਿਤਾਈਆਂ ਸੀ ਪਿਛਲੀ ਵਾਰ ਵਿਸ਼ਵਾਸ ਕਰਕੇ। ਕੀ ਹੋਇਆ ਉਹਦਾ? ਨਹੀਂ ਤੇ ਵਰਤੇ ਵਿਸ਼ਵਾਸ ਕਿਰਦਾਰਾਂ ਦੇ ਉੱਤੇ ਹੁੰਦਾ ਹੈ। ਵਰਤੇ ਨਹੀਂ ਜਾਊਂਗਾ, ਇਹਦਾ ਕਿਵੇਂ ਪਤਾ ਲੱਗੂਗਾ? ਇਹਦਾ- ਪਿਛਲੀ ਵਾਰ ਤੁਹਾਨੂੰ ਲੱਗਦਾ ਵਰਤਿਆ ਗਿਆ, ਸਿੰਪਲ ਕੈਪਟਨ ਨੇ ਵਰਤ ਲਿਆ। ਤਾਕਤ ਲਾਗੂ ਕਰਨ ਦੀ ਹੁੰਦੀ ਹੈ। ਮੈਂ ਕਹਿੰਦਾ ਚਾਹੇ ਤੁਸੀਂ ਇੱਕ ਛੋਟੇ ਜਿਹੇ ਪ੍ਰਧਾਨ ਹੋ, DCC ਪ੍ਰਧਾਨ ਹੋ, ਤੁਹਾਡੇ ਕੋਲ ਤਾਕਤ ਹੈਗੀ ਆ ਚੀਜ਼ਾਂ ਲਾਗੂ ਕਰਨ ਦੀ, ਤੇ ਉਹ ਬਹੁਤ ਹੈ ਕਿ ਤੁਸੀਂ ਸਕਾਰਾਤਮਕ ਤਰੀਕੇ ਨਾਲ ਸੂਬੇ ਨੂੰ ਸਰਵ ਕਰ ਰਹੇ ਹੋ। ਜਦੋਂ ਤੁਹਾਨੂੰ ਵੈਸੇ ਹੀ ਦਰਸ਼ਨੀ ਘੋੜਾ ਬਣਾ ਕੇ ਖੜਾ ਕਰ ਦਿੱਤਾ ਜਾਵੇ, ਅਫਸਰਾਂ ਨੂੰ ਕਿਹਾ ਇਹਦਾ ਕੰਮ ਹੀ ਨਹੀਂ ਕੋਈ ਕਰਨਾ, ਗੁਲਾਮ ਬਣਾ ਦਿਓ, ਕਮਾਊ ਪੁੱਤਾਂ ਦਾ ਕੰਮ ਕਰਨਾ, ਤੇ 100 ਬੰਦਿਆਂ ਹੋਇਆ ਹੀ ਹੈ। ਪਿਛਲੀ ਵਾਰ ਕੈਪਟਨ ਦੇ ਵੇਲੇ ਹੋਇਆ ਨਹੀਂ, ਬਾਦਲ ਵੇਲੇ ਹੋਇਆ ਨਹੀਂ, ਤਾਂ ਹੀ ਤਾਂ ਪੰਜਾਬ ਦਾ ਇਹ ਹਾਲ ਹੋ ਗਿਆ। 100 ਪਰਿਵਾਰਾਂ ਕੋਲ ਕਿਉਂ ਜਾਵੇ ਪੰਜਾਬ ਦਾ ਖਜ਼ਾਨਾ? ਪੰਜਾਬ ਦੇ ਟੈਕਸਾਂ ਦੀ ਤਾਕਤ, ਪੰਜਾਬ ਦੇ ਖਜ਼ਾਨੇ ਦੀ ਤਾਕਤ ਡਗਣੀ ਤਿਗਣੀ ਹੋ ਕੇ ਪੰਜਾਬ ਦੇ ਲੋਕਾਂ ਦੇ ਕੋਲ ਡਿਵੈਲਪਮੈਂਟ ਦੇ ਫਾਰਮ 'ਚ ਕਿਉਂ ਨਾ ਜਾਵੇ, ਐਜੂਕੇਸ਼ਨ ਦੇ ਫਾਰਮ 'ਚ ਕਿਉਂ ਨਾ ਜਾਵੇ, ਬੱਚਿਆਂ ਦੇ ਭਵਿੱਖ ਦੇ ਨਾਮ ਦੇ ਵਿੱਚ ਕਿਉਂ ਨਾ ਜਾਵੇ? ਇੱਕ ਪੀੜ੍ਹੀ ਨਾਸ ਹੋਈ ਸਾਡੀ ਅੱਤਵਾਦ 'ਚ, ਇੱਕ ਪੀੜ੍ਹੀ ਨਾਸ ਚਿੱਟੇ ਨੇ ਕਰਤੀ, ਇੱਕ ਪੀੜ੍ਹੀ ਨਾਸ ਆ ਹੁਣ ਬਾਹਰ ਜਾਈ ਜਾਂਦੇ 70,000 ਕਰੋੜ ਦੇ ਐਸੈਟਸ ਜਿਹੜੇ। ਇਹਨੂੰ ਕੌਣ ਫੇਰਾ ਪਾਊ? ਕੌਣ ਓਪਰਚੁਨਿਟੀ ਦਊ? ਕੌਣ ਸਕਿੱਲ ਦਊ? ਕੌਣ ਉਹ ਹਾਈ ਦਊ ਛੇਕਾ ਮਾਰਨ ਵਾਲੀ ਜਿਹੜੀ ਮੇਰੀ ਹੁੰਦੀ ਸੀ? ਸਪੋਰਟਿੰਗ ਹਾਈ ਪਾਈ, ਐਜੂਕੇਸ਼ਨ ਦੀ ਹਾਈ, ਨੰਬਰ ਲੈਣ ਦੀ ਹਾਈ, ਸਕਿੱਲ ਦੀ ਹਾਈ, ਵੀ ਮੈਂ ਸਕਿੱਲਡ ਹਾਂ, ਇੱਕ ਵਿਸ਼ੇਸ਼ੱਗ ਹਾਂ, ਠੀਕ ਹੈ। ਕੌਣ ਸਜ਼ਾ ਦਊ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੀੜ੍ਹੀਆਂ ਨਾਸ ਕਰਤੀਆਂ? ਨੌਕਰੀਆਂ ਦਿੱਤੀਆਂ ਜਾਂਦੀਆਂ ਨੇ, ਵੱਡੇ ਤੋਂ ਵੱਡੇ ਮੰਤਰੀ, ਵੱਡੇ ਤੋਂ ਵੱਡੇ ਸੰਤ, ਉਹ ਬੜੇ ਬੜੇ ਜਿਹੜੇ ਬੰਦੇ ਖੜੇ ਨੇ ਕਤਾਰ 'ਚ ਅੱਗੇ ਪ੍ਰਿਵਿਲੇਜ ਕਲਾਸ ਨੂੰ। ਅਜੀਤ ਸਿੰਘ ਨੂੰ ਅੱਜ ਤੱਕ ਨੌਕਰੀ ਨਹੀਂ ਮਿਲੀ। ਤੁਹਾਨੂੰ ਲੱਗਦਾ ਸਿੱਧੂ ਸਾਹਿਬ ਪਾਵਰ ਜਦੋਂ ਆਉਂਦੀ ਹੈ ਕੋਈ ਬਦਲਾਅ ਆਉਂਦਾ ਬੰਦੇ 'ਚ? 3-4 ਦਿਨ ਜਦੋਂ CM ਚੰਨੀ ਬਣੇ, ਤੁਸੀਂ ਕਿਹਾ CM ਚੰਨੀ ਬਾਈ
ਤੁਹਾਨੂੰ ਲੱਗਦਾ ਬੰਦਾ ਬਦਲਦਾ ਕੋਈ ਤੁਹਾਡੇ ਦੋਸਤ ਮਿੱਤਰ ਕਦੇ ਜ਼ਿੰਦਗੀ 'ਚ ਪਾਵਰ ਨਾਲ ਬਦਲੇ ਨੇ? ਮੈਂ ਤਾਂ 80% ਲੋਕਾਂ ਨੂੰ ਬਦਲਦੇ ਦੇਖਿਆ, 20% ਲੋਕ ਧਰਾਤਲ ਦੇ ਉੱਤੇ ਖੜੇ ਦੇਖੇ। ਮੈਂ ਦੇਖਿਆ ਰਾਹੁਲ ਜੀ ਨੂੰ ਕਦੇ ਨਹੀਂ ਬਦਲੇ, ਪ੍ਰਿਯੰਕਾ ਜੀ ਨੂੰ ਦੇਖਿਆ ਹੋਰ ਨੀਵੇਂ ਹੋ ਗਏ। ਕਿਉਂ ਕਦਰ ਕਰਦਾ ਮੈਂ? ਜਦੋਂ ਸੱਤਾ ਸੀ ਉਦੋਂ ਸਰਦਾਰ ਮਨਮੋਹਨ ਸਿੰਘ ਸੀ, ਜਦੋਂ ਸੱਤਾ ਨਹੀਂ ਸੀ ਆਪ ਅੱਗੇ। ਹੁਣ ਕੋਈ ਬਦਲਿਆ? ਮੈਂ ਕੀ ਕਹਿਣਾ ਕਿ ਬੜੇ ਲੋਕ ਬਦਲੇ ਆ, ਮੈਨੂੰ ਨਾਮ ਲੈ ਕੇ ਕੀ ਫਾਇਦਾ ਉਹਦਾ? ਲੋਕਾਂ ਨੂੰ ਪਤਾ ਹੈ ਧੌਣ 'ਚ ਜਦੋਂ ਸਰੀਆ ਫਸਦਾ ਉਹਦਾ ਉਹਦੀ ਆਵਾਜ਼ ਬੜੀ ਦੂਰ ਤੱਕ ਜਾਂਦੀ। ਮੈਂ ਕਹਿ ਰਿਹਾ ਤੁਹਾਨੂੰ ਲੱਗਦਾ 80% ਬੰਦੇ ਬਦਲ ਜਾਂਦੇ ਨੇ ਜਦੋਂ ਸੱਤਾ ਆਉਂਦੀ? ਭਾਈ ਮੈਨੂੰ ਤਾਂ ਲੱਗਦਾ ਹੈ ਕਿ ਸੱਤਾ ਹੀ ਅਸਲੀ ਮਾਪਦੰਡ ਹੈ ਕਿ ਬੰਦੇ ਦਾ ਕਿਰਦਾਰ ਕੀ ਹੈ। ਜਦੋਂ ਉਹਨੂੰ ਪੂਰੀ ਇਫ ਯੂ ਵਾਂਟ ਟੂ ਟੈਸਟ ਅ ਮੈਨ ਗਿਵ ਹਿਮ ਕੰਪਲੀਟ ਪਾਵਰ ਯੂ ਵਿਲ ਨੋ ਵੇਅਰ ਹੀ ਸਟੈਂਡਸ। ਜੇ ਤਾਂ ਉਹ ਲੋਕਾਂ ਦਾ ਭਲਾ ਕਰਨ ਤੇ ਆ ਜੇ, ਜੇ ਤਾਂ ਉਹ ਸਮਾਜ ਦਾ ਭਲਾ ਕਰਨ ਵਾਲਾ ਕਿਰਦਾਰ ਵਾਲਾ ਬੰਦਾ ਹੈ, ਉਹਦਾ ਨਾਮ ਹਮੇਸ਼ਾ ਰਹੇਗਾ। ਤੇ ਜੇ ਉਹ ਹਫਤਾ ਘਰ ਭਰਨ ਆ ਜੇ ਔਰ ਧੰਦਾ ਕਰਨ ਆ ਜੇ ਔਰ ਵਪਾਰੀ ਬਣ ਜੇ, ਉਹਦਾ ਨਾਮ ਮਿੱਟੀ 'ਚ ਮਿਲ ਜਾਂਦਾ। ਜਦੋਂ ਪਾਵਰ ਆਈ ਜਿਹੜੇ ਤੁਹਾਡੇ ਨਾਲ ਸੀ ਉਹਨਾਂ ਦੇ ਮਨ ਬਦਲ ਗਏ? ਮੈਂ ਕਿਹਾ ਜਿਹੜੇ ਮੇਰੇ ਨਾਲ ਸੀ ਉਹ ਮੇਰੇ ਕਲੀਗਸ ਨੇ, ਉਹਨਾਂ ਬਾਰੇ ਤੂੰ ਮੇਰੇ ਵੱਲੋਂ ਕੋਈ ਸ਼ਬਦ ਨਹੀਂ ਸੁਣੇਗਾ ਅੱਜ ਤੱਕ, ਨਾ ਅੱਗੇ ਨੂੰ। ਹਾਂ, ਉਹਨਾਂ ਦਾ ਜੇ ਸ਼ੌਕ ਹੈ ਲਾਈਮਲਾਈਟ 'ਚ ਆਉਣ ਦਾ, ਸਿੱਧੂ ਬਾਰੇ ਗੱਲ ਕਰਕੇ ਸ਼ੌਕ ਨਾਲ ਕਰਨ, ਦੇਰ ਵਿਲ ਬੀ ਨੋ ਰਿਪੋਸਟ। ਸ਼ਾਬਾਸ਼। 5-7 ਨਾਂ ਲੈਣੇ ਨੇ, ਲੈ। ਉਹਨਾਂ ਦੇ ਉੱਤੇ ਕੁਇਕ ਫਾਇਰ ਬਸ ਤੁਸੀਂ ਉਹਨਾਂ ਬਾਰੇ ਕੀ ਸੋਚਦੇ ਭਾਈ ਕੁਇਕ ਫਾਇਰ ਮੇਰੀ ਮਰਜ਼ੀ, ਮੈਂ ਕਰਾਂ ਜਾਂ ਨਾ ਕਰਾਂ। ਠੀਕ ਹੈ, ਕੈਪਟਨ ਅਮਰਿੰਦਰ ਸਿੰਘ, ਚੱਲਿਆ ਕਾਰਤੂਸ, ਨਰਿੰਦਰ ਮੋਦੀ, ਸ਼ੋਸ਼ਾ, ਸੀਐਮ ਚੰਨੀ, ਚੰਗੀ ਇੰਟੈਂਟ ਨਾਲ ਕੁਛ ਕਰਨ ਦੀ ਤਾਂਗ, ਸੁਖਜਿੰਦਰ ਰੰਧਾਵਾ, ਵੱਡਾ ਭਰਾ, ਹਰੀਸ਼ ਚੌਧਰੀ, ਜਨਰਲ ਸੈਕਟਰੀ, ਰਾਹੁਲ ਗਾਂਧੀ, ਮੇਰਾ ਬੌਸ ਸਦਾ ਲਈ, ਮੇਰਾ ਪ੍ਰੈਜ਼ੀਡੈਂਟ ਸਦਾ ਲਈ, ਪ੍ਰਿਯੰਕਾ ਗਾਂਧੀ। ਉਹ ਸ਼ਖਸ ਜਿਹਦੀ ਮੈਂ ਮਾਂ-ਬਾਪ ਤੋਂ ਬਾਅਦ ਸਭ ਤੋਂ ਵੱਧ ਇੱਜ਼ਤ ਕਰਦਾ ਔਰ ਕਰਦਾ ਰਹੂੰਗਾ, ਵੱਧਦੀ ਰਹੇਗੀ, ਘਟੇਗੀ ਨਹੀਂ ਕਦੇ। ਸੋਨੀਆ ਗਾਂਧੀ। ਦੂਰੋਂ ਹੀ ਬਹੁਤ ਜ਼ਿਆਦਾ ਸਨਮਾਨ ਹੈ, ਆਦਰ ਸਨਮਾਨ ਹੈ, ਘੱਟ ਮਿਲਦਾ, ਲੇਕਿਨ ਜਿੰਨੀ ਵਾਰ ਵੀ ਮਿਲਿਆ ਉਹਨਾਂ ਨੇ ਸੁਣਿਆ ਜ਼ਿਆਦਾ ਹੈ, ਬੋਲੇ ਘੱਟ ਨੇ। ਸਹਿਨਸ਼ੀਲਤਾ ਇੰਨੀ ਹੈ ਕਿ ਉਹਨਾਂ ਦੀ ਸੁਣਨ ਦੀ ਤਾਕਤ ਇੰਨੀ ਹੈ ਕਿ ਉਹ ਇੱਜ਼ਤ ਲੈਂਦੇ ਨੇ। ਮੈਨੂੰ ਸਮਝ ਆਉਂਦੀ ਹੈ ਹੁਣ ਕਿ ਜਦੋਂ ਅਸੀਂ ਪਾਰਲੀਮੈਂਟ ਦੇ ਵਿੱਚ, ਜਦੋਂ ਮੈਂ 12 ਸਾਲ ਉੱਧਰ ਹੁੰਦਾ ਸੀ ਤੇ ਕੁਝ ਉਹਨਾਂ ਦੇ ਖਿਲਾਫ ਬੋਲਦੇ ਸੀ ਤੇ ਉਹ ਕਾਂਗਰਸੀ ਐਂ ਆਉਂਦੇ ਸੀ ਜਿਵੇਂ ਫੌਜ ਭੱਜੀ ਆਉਂਦੀ ਸੀ ਨਾ ਅੱਗੇ ਨੂੰ। ਉਹ ਗੱਲ ਮੈਨੂੰ ਸਮਝ ਆਉਂਦੀ ਹੈ। ਰਿਸਪੈਕਟ ਇਜ਼ ਨੈਵਰ ਡਿਮਾਂਡਡ, ਇਟ ਇਜ਼ ਕਮਾਂਡਡ। ਸ਼ੀ ਕਮਾਂਡਸ ਰਿਸਪੈਕਟ। ਅਮਿਤ ਸ਼ਾਹ ਕੀ ਸੋਚਦੇ ਉਹਨਾਂ ਬਾਰੇ? ਇੱਕ ਸ਼ਾਤਰ ਪੋਲੀਟੀਸ਼ੀਅਨ, ਪ੍ਰਕਾਸ਼ ਸਿੰਘ ਬਾਦਲ, ਮੀਸਨਾ ਬੁੜਾ, केजरीवाल, भोली सूरत दिल के खोटे नाम बड़े और दर्शन छोटे, ऊंची दुकान फीका पकवान। जो दिखता है वो है नहीं, जो है वो दिखता नहीं। सुखबीर बादल, गप्पी, विक्रम मजीठिया, बोलना नहीं, वर्थ इट, ਸਾਹ ਨਹੀਂ ਖਰਾਬ ਕਰਨਾ। ਧੰਨਵਾਦ ਸਿੱਧੂ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ। ਤਾਂ ਇਹ ਸਨ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਦੇ ਨਾਲ ਸਾਰੇ ਸਵਾਲ ਜਵਾਬ ਹੋਏ। ਤੇ ਸਿੱਧੂ ਕਹਿ ਰਿਹਾ ਮੇਰੇ ਕੋਲ ਪੰਜਾਬ ਮਾਡਲ ਹੈ, ਪੰਜਾਬ ਮਾਡਲ ਦੇ ਨਾਲ ਮੈਂ ਪੰਜਾਬ ਬਦਲ ਦੇਵਾਂ।